हाँ जी, सत श्री अकाल जी सारिਆਂ ਨੂੰ। ਤਾਂ ਇੱਕ ਵਾਰ ਫਿਰ ਸਵਾਗਤ ਹੈ ਤੁਹਾਡਾ ਪੈਕਸ ਦੇ ਵਿੱਚ। ਤਾਂ ਆਪਾਂ ਇਸ ਲਈ ਮਾਫੀ ਚਾਹੁੰਦੇ ਜੀ। ਤਾਂ ਇੱਕ ਵਾਰ ਹਾਂਜੀ ਪਾਇਲ ਧੀਮਨ ਗੁੱਡ ਇਵਨਿੰਗ ਸਰ। ਓਕੇ ਜੀ। ਤਾਂ ਇੱਕ ਵਾਰ ਸਾਊਂਡ ਕਲੀਅਰ ਤਾਂ ਯੈਸ ਕਰ ਦਿਓ, ਫਿਰ ਆਪਾਂ ਸੈਸ਼ਨ ਨੂੰ ਸਟਾਰਟ ਕਰੀਏ ਜੀ। ਅੱਗੇ ਆਪਾਂ ਲੇਟ ਹੈ 10 ਮਿੰਟ। ਤਾਂ ਸਾਊਂਡ ਕਲੀਅਰ ਹੈ ਜੀ, ਆਵਾਜ਼ ਕਲੀਅਰ ਆ ਰਹੀ ਤਾਂ ਆਪਾਂ ਸਟਾਰਟ ਕਰ ਦਈਏ ਅੱਜ ਦਾ ਸੈਸ਼ਨ ਹਿਸਟਰੀ ਸਪੈਸ਼ਲ। ਤਾਂ ਹਿਸਟਰੀ ਸਪੈਸ਼ਲ ਆਪਾਂ ਪੜ੍ਹ ਰਹੇ ਹਾਂ, ਇਹਦੇ ਵਿੱਚ ਸਿਰਫ ਕੀ ਆਪਾਂ ਹਿਸਟਰੀ ਬਾਰੇ ਹੀ ਗੱਲ ਕਰਾਂਗੇ ਤੇ ਆਪਾਂ ਟੌਪਿਕ ਕਿਹੜਾ ਪੜ੍ਹ ਰਹੇ ਸੀ ਉਹ ਆਪਾਂ ਅੱਜ ਅੱਗੇ ਕੰਟੀਨਿਊ ਕਰਾਂਗੇ। ਠੀਕ ਹੈ ਜੀ। ਹਾਂਜੀ ਰੁਪਿੰਦਰ ਕੌਰ, ਯੈਸ ਠੀਕ ਹੈ ਜੀ। ਤਾਂ ਉਹ ਆਪਾਂ ਸਟਾਰਟ ਕਰੀਏ ਲੈਕਚਰ। ਕੀ ਪੜ੍ਹ ਰਹੇ ਸੀਗੇ ਆਪਾਂ? ਹਿਸਟਰੀ ਦੀ ਇੰਟਰੋਡਕਸ਼ਨ ਦੇਖ ਚੁੱਕੇ ਹਾਂ, ਇੰਡੀਅਨ ਹਿਸਟਰੀ ਦੇ ਆਪਾਂ ਸੋਰਸਿਸ ਬਾਰੇ ਪੜ੍ਹ ਚੁੱਕੇ ਹਾਂ। ਉਦੋਂ ਬਾਅਦ ਆਪਣੇ ਕੰਟਰੀ ਦੇ ਕੀ ਨਾਮ ਸੀ, ਉਹਦੇ ਨਾਮਕਰਨ ਬਾਰੇ ਆਪਾਂ ਪੜ੍ਹਿਆ। ਉਦੋਂ ਬਾਅਦ ਆਪਾਂ ਪੜ੍ਹ ਰਹੇ ਸੀ ਵੇਦਾਂ ਬਾਰੇ। ਤਾਂ ਆਪਾਂ ਕੀ ਹੈ, ਜਿਹੜੇ ਹਿੰਦੂ ਧਰਮ ਦੇ 4 ਵੇਦ ਹੈ ਉਹਨਾਂ ਵੇਦਾਂ ਨੂੰ ਆਪਾਂ ਇੱਕ ਇੱਕ ਕਰਕੇ ਐਕਸਪਲੇਨ ਕਰ ਰਹੇ ਹਾਂ। ਮੈਂ ਤੁਹਾਨੂੰ ਕੱਲ ਦੱਸਦਾ ਸੀ ਵੇਦ ਕੀ ਹੈ, ਵੇਦ ਦਾ ਮੀਨਿੰਗ ਕੀ ਹੁੰਦਾ ਹੈ, ਕਿਹੜੀ ਭਾਸ਼ਾ ਤੋਂ ਮਿਲ ਸ਼ਬਦ ਤੋਂ ਬਣਿਆ। ਤਾਂ ਠੀਕ ਹੈ ਜੀ। ਤਾਂ ਆਪਣੇ ਹਿੰਦੂ ਧਰਮ 'ਚ ਕਿੰਨੇ ਵੇਦ ਸੀ? 4 ਵੇਦ, ਰਿਗਵੇਦ, ਸਾਮਵੇਦ, ਯਜੁਰਵੇਦ ਤੇ ਅਥਰਵਵੇਦ। ਤਾਂ ਆਪਾਂ ਕੱਲ ਰਿਗਵੇਦ ਨੂੰ ਪੜ੍ਹ ਰਹੇ ਸੀ, ਰਿਗਵੇਦ ਬਾਰੇ ਪੜ੍ਹ ਰਹੇ ਸੀ, ਤਾਂ ਆਪਾਂ ਉੱਥੇ ਗੱਲ ਨੂੰ ਕੰਟੀਨਿਊ ਕਰਾਂਗੇ। ਠੀਕ ਹੈ ਜੀ। ਤਾਂ ਸਭ ਤੋਂ ਪਹਿਲਾਂ ਆਪਾਂ ਵੇਦ ਕਿਹੜਾ ਦੇਖਣਾ ਹੈ? ਰਿਗਵੇਦ। ਤਾਂ ਜਿੰਨਾ ਕੁ ਪੜ੍ਹ ਲਿਆ ਸੀ ਪਹਿਲਾਂ ਉਹਨੂੰ ਮੈਂ ਥੋੜਾ ਰਿਵਾਈਜ਼ ਕਰਾਉਣਾ ਹੈ, ਲਿਖਾਂਗੇ ਨਹੀਂ ਅੱਜ, ਮੂੰਹ ਜ਼ਬਾਨੀ ਨਹੀਂ ਦੱਸਣਾ ਰਿਵਾਈਜ਼। ਤਾਂ ਸਭ ਤੋਂ ਪਹਿਲਾਂ ਆਪਾਂ ਰਿਗਵੇਦ ਬਾਰੇ ਕੀ ਗੱਲ ਪੜ੍ਹੀ ਸੀ ਕਿ ਇਹ ਸਭ ਤੋਂ 4 ਵੇਦਾਂ ਨਾਲੋਂ ਸਭ ਤੋਂ ਪੁਰਾਣਾ ਵੇਦ ਹੈ। ਇਸ ਵੇਦ ਦੇ 10 ਮੰਡਲ ਹੈ। 10 ਮੰਡਲਾਂ ਦੀ ਰਚਨਾ ਅਲੱਗ-ਅਲੱਗ ਰਿਸ਼ੀਆਂ ਨੇ ਅਲੱਗ-ਅਲੱਗ ਸਮੇਂ ਤੇ ਕੀਤੀ ਸੀ ਤੇ 10 ਮੰਡਲਾਂ ਨੂੰ ਕੰਪਾਈਲ ਕਰਨ ਦਾ ਕੰਮ ਕੀਤਾ ਸੀ ਰਿਸ਼ੀ ਵੇਦ ਵਿਆਸ ਜੀ ਨੇ। ਤੇ 10 ਵੇਦਾਂ ਦੀ ਰਚਨਾ ਤਾਂ ਹੋਈ ਹੈ ਜਦੋਂ ਭਾਰਤ ਦੇ ਵਿੱਚ ਆਰੀਅਨ ਲੋਕ ਆਏ ਸੀ ਸਨ 1500 BC ਦੇ ਵਿੱਚ। ਪਰ ਜਿਹੜੇ ਵੇਦ ਲਿਖੇ ਗਏ, ਵੇਦਾਂ ਨੂੰ ਸਕ੍ਰਿਪਟਡ ਕਦੋਂ ਕੀਤਾ ਗਿਆ? ਗੁਪਤ ਕਾਲ ਦੇ ਵਿੱਚ 319 ਤੋਂ 550 ਈਸਵੀ ਦੇ ਟਾਈਮ ਪੀਰੀਅਡ ਦੇ ਵਿੱਚ, ਜਦੋਂ ਆਪਣੇ ਭਾਰਤ 'ਚ ਗੁਪਤ ਵੰਸ਼ ਚੱਲ ਰਿਹਾ ਸੀ ਉਸ ਟਾਈਮ ਵੇਦਾਂ ਨੂੰ ਲਿਪੀਬੱਧ ਕੀਤਾ ਗਿਆ। ਕਿਹੜੀ ਭਾਸ਼ਾ 'ਚ? ਸੰਸਕ੍ਰਿਤ ਭਾਸ਼ਾ 'ਚ। ਫਿਰ ਆਪਾਂ ਦੇਖਿਆ ਸੀ ਕਿ ਰਿਗਵੇਦ ਦੇ ਤੀਸਰੇ ਮੰਡਲ 'ਚ ਕਿਸ ਚੀਜ਼ ਦਾ ਜ਼ਿਕਰ ਹੈ? ਗਾਇਤਰੀ ਮੰਤਰ। ਗਾਇਤਰੀ ਮੰਤਰ ਰਿਗਵੇਦ ਦੇ ਤੀਸਰੇ ਮੰਡਲ 'ਚ ਹੈ, ਜਿਹੜਾ ਕਿਹਦੇ ਦੁਆਰਾ ਰਚਨਾ ਹੋਈ ਸੀ? ਰਿਸ਼ੀ ਵਿਸ਼ਵਾਮਿੱਤਰ ਦੁਆਰਾ। ਰਿਸ਼ੀ ਵਿਸ਼ਵਾਮਿੱਤਰ ਦੁਆਰਾ ਗਾਇਤਰੀ ਮੰਡਲ ਦੇ ਤੀਸਰੇ ਮੰਡਲ 'ਚ ਰਿਸ਼ੀ ਵਿਸ਼ਵਾਮਿੱਤਰ ਦੁਆਰਾ ਨੇ ਗਾਇਤਰੀ ਮੰਤਰ ਦੀ ਰਚਨਾ ਕੀਤੀ ਹੈ। ਤੇ ਗਾਇਤਰੀ ਮੰਤਰ ਕਿਹੜੇ ਦੇਵਤਾ ਨੂੰ ਸਮਰਪਿਤ ਹੈ? ਸੂਰਿਆ ਦੇਵਤਾ ਦੀ ਆਰਾਧਨਾ ਵਾਸਤੇ ਆਪਾਂ ਯੂਜ਼ ਕਰਦੇ ਹਾਂ ਗਾਇਤਰੀ ਮੰਤਰ। ਪਰ ਇਹ ਗਾਇਤਰੀ ਮੰਤਰ ਕਿਹਨੂੰ ਸਮਰਪਿਤ ਸੀ? ਸਵਿਤਰੀ ਨਾਮ ਦੀ ਇਸਤਰੀ ਨੂੰ, ਜਿਹੜੀ ਕਿ ਸਤਯੁਗ ਵਿੱਚ ਇੱਕ ਪਤੀਵਰਤਾ ਇਸਤਰੀ ਹੋਈ ਹੈ। ਤਾਂ ਰਿਗਵੇਦ ਦੇ ਅਨੁਸਾਰ ਸਭ ਤੋਂ ਪਵਿੱਤਰ ਨਦੀ ਕਿਹੜੀ ਸੀ? ਮੈਨੂੰ ਪਹਿਲਾਂ ਇਹ ਦੱਸੋ ਕਮੈਂਟ ਦੇ ਵਿੱਚ। ਰਿਗਵੈਦਿਕ ਅਨੁਸਾਰ ਸਭ ਤੋਂ ਪਵਿੱਤਰ ਨਦੀ ਕਿਹਨੂੰ ਮੰਨਿਆ ਗਿਆ ਰਿਗਵੇਦ ਵਿੱਚ? ਸਪਨਾ ਗੰਗਾ? ਨਹੀਂ ਜੀ। ਕੱਲ ਆਪਾਂ ਪੜਿਆ, ਜਿਨ੍ਹਾਂ ਨੇ ਮੇਰਾ ਕੱਲ ਲੈਕਚਰ ਦੇਖਿਆ ਦੱਸੋ। ਰਿਗਵੇਦ ਦੇ ਅਨੁਸਾਰ ਮੋਸਟ ਹੋਲੀ ਰਿਵਰ, ਸਭ ਤੋਂ ਪਵਿੱਤਰ ਨਦੀ ਕਿਹੜੀ ਹੈ? ਹਾਂਜੀ ਸਾਹਿਲ, ਸਰਸਵਤੀ। ਹਾਂਜੀ ਬਿਲਕੁਲ ਸਹੀ ਜੀ। ਦੇਖੋ ਜਿਹੜੇ ਆਰੀਅਨ ਲੋਕ ਆ ਕੇ ਵਸੇ ਸੀ ਉਹ ਜਿਹੜੀ ਸਿੰਧੂ ਨਦੀ ਉਹਦੇ ਕਿਨਾਰੇ ਵਸੇ ਸੀ, ਗੰਗਾ ਦਾ ਉਸ ਟਾਈਮ ਪ੍ਰਭਾਵ ਬਹੁਤ ਘੱਟ ਸੀ। ਤਾਂ ਰਿਗਵੇਦ ਦੇ ਅਨੁਸਾਰ ਸਭ ਤੋਂ ਪਵਿੱਤਰ ਨਦੀ ਕਿਹੜੀ ਹੈ? ਗੰਗਾ। ਤੇ ਸਭ ਤੋਂ ਪ੍ਰਮੁੱਖ ਨਦੀ ਕਿਹੜੀ ਸੀ? ਸਿੰਧੂ, ਯਾਨੀ ਇੰਡਸ ਰਿਵਰ। ਆਪਾਂ ਏਦਾਂ ਨਹੀਂ ਕਹਿੰਦੇ ਵੀ ਉਸ ਟਾਈਮ ਗੰਗਾ ਜਾਂ ਯਮੁਨਾ ਦੀ ਫਲੋ ਨਹੀਂ ਕਰਦੀਆਂ ਸੀ। ਪਤਾ ਕਿਵੇਂ ਲੱਗਦਾ ਵੀ ਰਿਗਵੇਦ ਸਭ ਤੋਂ ਪ੍ਰਮੁੱਖ ਨਦੀ ਸਿੰਧੂ ਨਦੀ ਨੂੰ ਮੰਨਿਆ ਗਿਆ ਹੈ, ਕਿਉਂਕਿ ਸਿੰਧੂ ਨਦੀ ਦਾ ਜ਼ਿਕਰ ਸਭ ਤੋਂ ਜ਼ਿਆਦਾ ਵਾਰ ਕੀਤਾ ਗਿਆ ਰਿਗਵੇਦ 'ਚ। ਜੇ ਆਪਾਂ ਗੱਲ ਕਰੀਏ ਗੰਗਾ ਦੀ, ਕੁਐਸਚਨ ਆਉਂਦਾ ਹੈ ਰਿਗਵੇਦ ਵਿੱਚ ਗੰਗਾ ਨਦੀ ਦਾ ਜ਼ਿਕਰ ਕਿੰਨੇ ਵਾਰ ਆਇਆ? ਦੇਖੋ, ਜਿਹੜੀ ਚੀਜ਼ ਦਾ ਜ਼ਿਕਰ ਘੱਟ ਵਾਰ ਹੋਊਗਾ ਤਾਂ ਉਹਦੀ ਇੰਪੋਰਟੈਂਸ ਘੱਟ ਹੋਊਗੀ। ਤਾਂ ਉਸ ਟਾਈਮ ਕੀ ਗੰਗਾ ਦੀ ਇੰਨੀ ਇੰਪੋਰਟੈਂਸ ਜਿੰਨੀ ਸਿੰਧੂ ਨਦੀ ਦੀ ਸੀ। ਤਾਂ ਅੱਜ ਠੀਕ ਹੈ, ਅੱਜ ਆਪਣੇ ਗੰਗਾ ਆਪਣੇ ਦੇਸ਼ ਦੀ ਨੈਸ਼ਨਲ ਰਿਵਰ ਹੈ, ਪਰ ਉਸ ਟਾਈਮ ਰਿਗਵੇਦ ਵਿੱਚ ਗੰਗਾ ਦਾ ਜ਼ਿਕਰ ਸਿਰਫ ਕਿੰਨੇ ਵਾਰ ਆਇਆ? 1 ਵਾਰ। ਕੁਐਸਚਨ ਆ ਜਾਂਦਾ ਗੰਗਾ ਨਦੀ ਦਾ ਜ਼ਿਕਰ ਰਿਗਵੇਦ ਦੇ ਵਿੱਚ ਕਿੰਨੇ ਵਾਰ ਆਇਆ?
ਇੱਕ ਵਾਰ। ਤੇ ਉਹਦੇ ਵਿੱਚ ਇਹਨੂੰ ਗੰਗਾ ਨਹੀਂ ਸਗੋਂ ਕਿਸ ਨਾਮ ਨਾਲ ਜਾਣਿਆ ਗਿਆ? ਗੌਰਾ। ਗੌਰਾ ਨਦੀ। गंगा नदी का जिक्र ऋग्वेद एक बार आया, पर गंगा नाम तो नहीं आया। किस नाम तो जिक्र आया है? गौरा नदी। उस गंगा नदी नूं गौरा नदी कहा गया है। ते जे आपां गल करिए जिहड़ी गंगा दी सहायक नदी है यमुना, ओहदा जिक्र भी ऋग्वेद विच आया। किन्ने बार आया? 3 बार। देखो ये चीजां अक्सर पुछदे, ऋग्वेद च फलाने शब्द का जिक्र किन्ने बार आया? तां 3 बार। तो ऋग्वेद च गंगा दा 1 बार जिक्र आया है ते यमुना दा 3 बार। पर उसनूं यमुना नूं ऋग्वेद च यमुना नाम ना नहीं बल्कि किस नाम नाल है? कालिंदी। ऋग्वेद च यमुना नदी नूं कालिंदी नदी कहा गया है, कालिंदी। तो यह क्वेश्चन अक्सर एग्जाम च पूछा जाता है कि यमुना नदी का जिक्र ऋग्वेद च 3 बार ते गंगा नदी का 1 बार। देखो ऋग्वेद नूं पढ़ के ही मैं जो तुहानूं कल पढ़ा रहा सी कि वैदिक काल 2 हिस्से है, एक ऋग वैदिक काल 1500 तो 1000 BC, एक पोस्ट वैदिक पीरियड यानी उत्तर वैदिक काल 1000 तो 600 BC। 1500 तो 1000 BC दे विच ऋग वैदिक काल क्यों कहा जाता है? उस टाइम सिर्फ इको वेद की रचना हुई, दैट इज ऋग्वेद। जेडे बाकी दे 3 वेद आ उत्तर वैदिक काल दे विच लिखे गए है जां उन्हां दी रचना हुई है। हुण आपां नूं पता लगदा भी वैदिक काल दे विच किहड़े लोक रहिंदे सी? आर्यन लोक। उन्हां दी सभ्यता नूं बोलदे सी वैदिक सभ्यता। हुण वैदिक सभ्यता दे विच जिहड़ी फैमिली है, वैदिक काल दे विच जिहड़े परिवार रहिंदे सी ਉਹ ਜਾਂ ਤਾਂ ਪਿਤਰਾਤਮਕ ਹੋਣਗੇ ਜਾਂ ਹੋਣਗੇ ਮਾਤਰਾਤਮਕ। ਵੈਦਿਕ ਕਾਲ ਦੇ ਵਿੱਚ ਜਿਹੜੀ ਫੈਮਿਲੀ ਹੁੰਦੀ ਸੀ ਉਹ ਪਿਤਾ ਡੋਮੀਨੈਂਟ ਹੁੰਦੀ ਸੀ ਕਿ ਮਾਤਾ ਡੋਮੀਨੈਂਸ। ਜੇ ਆਪਾਂ ਅੱਜ ਵਰਤਮਾਨ ਗੱਲ ਕਰੀਏ ਜਿਹੜੀਆਂ ਆਪਣੀਆਂ ਫੈਮਲੀਆਂ ਹੁੰਦੀਆਂ ਵਰਤਮਾਨ ਦੇ ਵਿੱਚ ਆਪਣੀ ਫੈਮਿਲੀ ਹੈ ਕਿ ਉਹਦੇ ਵਿੱਚ ਪਿਤਾ ਦਾ ਪ੍ਰਭਾਵ ਜ਼ਿਆਦਾ ਹੁੰਦਾ ਫੈਮਿਲੀ 'ਚ ਕਿ ਮਾਤਾ ਦਾ, ਤਾਂ ਆਪਣਾ ਜਿਹੜਾ ਅੱਜ ਪ੍ਰੈਜ਼ੈਂਟ ਟਾਈਮ 'ਚ ਆਪਣਾ ਜਿਹੜਾ ਫੈਮਿਲੀ ਪਰਪਸ ਹੈ ਉਹ ਫਾਦਰ ਡੋਮੀਨੈਂਟ ਹੈ। की है अपने अज जेड़ा परिवार है वो की है? फादर डोमिनेटिंग। पिता का ही प्रभाव ज्यादा हुंदा परिवार दे विच, ठीक है जी। तो अपना जेड़ा भारतीय समाज है वो एक पितरात्मक समाज है, पिता का दबाव ज्यादा हुंदा फैमिली दे विच। अपना जेड़ा फैमिली का हैड हुंदा है यानी हैड ऑफ द फैमिली, अपने जेड़ा फैमिली का हैड हुंदा हमेशा एक मेल हुंदा ना कि फीमेल। अज भी आपां हैड ऑफ द फैमिली मेल नूं डोमीनेट करते हैं, तो अपने फैमिली का हैड कौन होंदा? हमेशा अपना फादर, पिता, ठीक है जी। द हैड ऑफ द फैमिली क्यों होंदे है? अपने फादर। तो यह पता किवें लगदा है? तो जिहड़ी वैदिक सभ्यता सी अपने भारत दे विच 2 सभ्यतावां है। वैदिक सभ्यता तो पहला किहड़ी सभ्यता इत्थे निकास करदी सी? सिंधु घाटी सभ्यता। तो जिहड़ा सिंधु घाटी सभ्यता समाज सी वो मदर डोमीनेंस सी, ਜਿਹੜਾ ਵੈਦਿਕ ਸਭਿਅਤਾ ਦੇ ਲੋਕ ਸੀ ਉਹ ਫਾਦਰ ਡੋਮੀਨੈਂਸ। ਜਦੋਂ ਆਪਾਂ ਸਿੰਧੂ ਘਾਟੀ ਸਭਿਅਤਾ ਪੜਾਂਗੇ ਨਾ ਉਹਦੇ ਵਿੱਚ ਹਾਂਜੀ ਇੰਡਸ ਵੈਲੀ ਸਿਵਲਾਈਜੇਸ਼ਨ ਉਹਨੂੰ ਸਿੰਧੂ ਘਾਟੀ ਸਭਿਅਤਾ ਬੋਲਦੇ ਆ ਆਪਾਂ। ਤਾਂ ਸਿੰਧੂ ਘਾਟੀ ਸਭਿਅਤਾ ਦੇ ਵਿੱਚ ਜਿਹੜਾ ਹੈਡ ਆਫ ਦਾ ਫੈਮਿਲੀ ਸੀ ਉਹ ਮਦਰ ਨੂੰ ਹੁੰਦਾ ਸੀ। ਉੱਥੋਂ ਦਾ ਜਿਹੜਾ ਸਮਾਜ ਸੀ ਆਪਾਂ ਸਭਿਅਤਾ ਬਾਰੇ ਪੜਾਂਗੇ ਤਾਂ ਆਪਾਂ ਨੂੰ ਇਹ ਪਤਾ ਲੱਗੂਗਾ ਵੀ ਮਰਦਾਂ ਨਾਲੋਂ ਜ਼ਿਆਦਾ ਔਰਤਾਂ ਨੂੰ ਜ਼ਿਆਦਾ ਪ੍ਰੈਫਰੈਂਸ ਸੀਗੀ। ਤਾਂ ਉਹ ਜਿਹੜਾ ਸਮਾਜ ਸੀ ਉਹ ਮਦਰ ਡੋਮੀਨੈਂਟ ਸੀ। पर जिहड़ा वैदिक समाज सी, वैदिक सभ्यता जिहदे विच वेदां दी रचना हुई है वो एक पितरात्मक समाज सी, पिता ज्यादा हैड मन्निया गया फैमिली दा। इह किवें पता लगदा है कि वैदिक सभ्यता दे लोकां दा जिहड़ा समाज सी वो मात्रात्मक ना होके पितरात्मक सी? क्योंकि ऋग्वेद विच पिता शब्द दा जिहड़ा जिक्र है वो सब तो ज्यादा बार होया है। ऋग्वेद च पिता शब्द दा जिक्र यानी पिता नूं बोलदे पितर, संस्कृत भाषा पिता नूं पितर कहा जाता है। तो ऋग्वेद विच पिता शब्द का जिहड़ा उल्लेख है जिक्र है सब तो ज्यादा बार होने करके आपां इह आइडिया लाया कि जिहड़ी फैमिली हुंदी सी वो फादर डोमीनेंट सी। जे मान लो मदर का नाम माता शब्द ज्यादा बार यूज किया हुंदा फिर आपां कहंदे जिहड़ी फैमिली है वो मदर फादर ना होके मदर डोमीनेंट। तो पिता शब्द का जिक्र यानी फादर, पिता शब्द का जिक्र सब तो ज्यादा बार होया ऋग्वेद च। किन्ने बार? 335 बार। आ देखो जी, तो ऋग्वेद दे विच पिता शब्द का जिक्र 335 बार होने करके सब तो ज्यादा बार होने करके
इत्थों पता लगता है कि जिहड़ा वैदिक समाज सी वो एक पितरात्मक समाज सी। वैसे ये भी क्वेश्चन आता है ऋग्वेद विच किहड़े शब्द का जिक्र सब तो ज्यादा बार किया गया, तो पिता शब्द है जी। सारे शब्दां नालों जिवें आपां पढ़िया गंगा, यमुना, सरस्वती, सिंधु, सब तो ज्यादा बार जिक्र फादर शब्द यानी पिता शब्द का जिक्र सब तो ज्यादा बार होया। एक एग्जाम च अक्सर क्वेश्चन आता है ऋग्वेद च एक थां ते किहड़ा शब्द इस्तेमाल किया गया, रुद्र। ऋग्वेद दे विच एक रुद्र शब्द का भी जिक्र आया। रुद्र जो आप ऋग्वेद नूं पढ़ते हैं, ऋग्वेद दे विच ना एक रुद्र शब्द का जिक्र आया ते इस बारे क्वेश्चन भी पूछा गया सी लास्ट ईयर एग्जाम दे विच। क्वेश्चन की सीगा कि कहंदे जिहड़ा ऋग्वेद विच रुद्र शब्द वरत्या गया वो किहड़े देवते लई वरत्या गया या किहड़े भगवान लई वरत्या गया, तां शिवजी यानी शिवा। भगवान शिव नूं ऋग्वेद च रुद्र शब्द नाल जाणिया गया। भगवान शिव नूं ऋग्वेद च रुद्र कहा गया ते रुद्र शब्द का जिक्र कितने बार आया जी, 3 बार। 3 बार जिक्र आया रुद्र शब्द का ऋग्वेद दे विच। ठीक है जी। तो क्वेश्चन आ जाता है ऋग्वेद के अनुसार रुद्र शब्द किहड़े भगवान लई वरत्या गया, तो भगवान शिवा, लॉर्ड शिवा लई वरत्या गया रुद्र शब्द। कितने बार वरत्या गया, 3 बार। ठीक है जी। तो ऋग्वेद सब तो ज्यादा पवित्र नदी सरस्वती नूं मन्निया गया। सब तो ज्यादा बार किहड़ी नदी का जिक्र है, सिंधु का। एक बार किहड़ी जिक्र है, गंगा का गौरा नाम तो। 3 बार जिक्र है यमुना का कलिंदी नाम तो। ते जिहड़ा वैदिक ये ऋग्वेद च पिता शब्द का जिक्र सब तो ज्यादा बार होया। इसे करके पता लगता है कि जिहड़ा ऋग्वैदिक समाज सीगा वो की सीगा, पितरात्मक। 335 बार जिक्र है ऋग्वेद च रुद्र शब्द का भी इस्तेमाल होया है, जिसका जिक्र कितने बार आया है, 3 बार। ठीक है जी। कितने बार जिक्र आया रुद्र शब्द का, 3 बार। रुद्र शब्द किहदे लई वरत्या गया, लॉर्ड शिवा लई वरत्या गया जी। ठीक है जी। तो यह आपां देखिया ऋग्वेद च। ठीक है जी। अगला क्वेश्चन देखिए आप ऋग्वेद चो की बनता है। अगले आप देखिए स्टार्ट करिए। ठीक है जी। हाँ जी, नैक्सट देखो जी। अगे देखो आप देखिए ऋग्वेद बारे। हुण ऋग्वेद 10 मंडल सी। गायत्री मंत्र ऋग्वेद के तीसरे मंडल च है। ऋग्वेद का जिहड़ा 9वां मंडल है वह सोम देवता नूं समर्पित है। फिर आप देखना हुण ऋग्वेद का 10वां मंडल, मोस्ट इंपॉर्टेंट जिहड़ा ऋग्वेद का 10th मंडल। हुण आपां इहदे बारे देखिए कि जिहड़ा ऋग्वेद का 10वां मंडल है वह किस चीज बारे है। ठीक है जी। क्वेश्चन पूछा जाता है, पहला पूछणगे सोम देवता लई ऋग्वेद का 9वां मंडल जिक्र है सोम देवता का। गायत्री मंत्र का जिक्र ऋग्वेद तीसरे मंडल च है ते 10वें मंडल की पहला रचना किने की है, ऋषि महासुक्त्या। ऋषि महासुक्त्या द्वारा ऋग्वेद के 10वें मंडल की रचना की गई है ऋषि महासुक्त्या द्वारा। ते इस मंडल दे विच किस चीज का जिक्र है, इस मंडल दे विच पहली बार केड़े सिस्टम का जिक्र किया है, वर्ण सिस्टम। जिवें पढ़िया सी ऋग्वेद का तीसरा मंडल ऋषि विश्वामित्र ने रचित किया सी। ऋग्वेद के 10वें मंडल च ऋषि महासुक्त्या द्वारा मनुख यानी मानव दे वर्ण सिस्टम बारे जिक्र किया गया है। यानी वर्ण व्यवस्था बारे जिक्र है कि मनुख दे वर्ण व्यवस्था का जिक्र है। मनुख जिहड़े मनुख है उहदे 4 वर्ण मन्ने गए हैं। मनुख है जिहड़ा ह्यूमन है उहदे किन्ने वर्ण मन्ने गए हैं, 4। पहला ब्राह्मण ऋषि महासुक्त्या दे द्वारा 10वें मंडल च मनुख की वर्ण व्यवस्था का जिक्र है। मनुख के 4 वर्ण मन्ने गए हैं, ब्राह्मण, क्षत्रिय
ब्राह्मण, क्षत्रिय, फिर वैश्या, वैश्या, फिर है शूद्र। ब्राह्मण, क्षत्रिय, वैश्य, शूद्र, ਇਹ ਮਨੁੱਖ ਦੀ ਵਰਨ ਵਿਵਸਥਾ ਹੈ। ਚਾਰ ਵਰਨ ਮੰਨੇ ਗਏ ਹੈ, ਬ੍ਰਾਹਮਣ, क्षत्रिय, ਵੈश्य ਤੇ ਸ਼ੂਦਰ। ਇਹ ਚਾਰ ਵਰਨ ਦਾ ਮਤਲਬ ਕੀ ਹੁੰਦਾ ਹੈ? ਵਰਨ ਦਾ ਮਤਲਬ ਹੈ ਮਨੁੱਖ ਨੂੰ ਚਾਰ ਕੈਟਾਗਰੀਆਂ ਚ ਵੰਡਿਆ ਗਿਆ ਜੀ। ਜਿਹੜਾ ਆਪਾਂ ਬੋਲਦੇ ਨਾ ਜਾਤ ਪਾਤ, ਚਾਰ ਕੈਟਾਗਰੀਆਂ ਚ। ਕੀ ਸੀਗਾ ਇਹ ਕੈਟਾਗਰੀਆਂ ਕਿਉਂ ਰੱਖੀਆਂ ਗਈਆਂ ਸੀ? ਇਸ ਦੇ ਵਿੱਚ ਮਨੁੱਖ ਦੀ ਵਰਨ ਵਿਵਸਥਾ ਦਾ ਜ਼ਿਕਰ ਹੈ। ਮਨੁੱਖ ਦੇ ਚਾਰ ਵਰਨ ਹੈ, ਬ੍ਰਾਹਮਣ, क्षत्रिय, ਵੈश्य, ਸ਼ੂਦਰ। ਕਿ ਫਿਰ ਆਪਣੇ ਨੂੰ ਪਤਾ ਕਿਵੇਂ ਲੱਗਦਾ ਸੀ? ਦੇਖੋ ਇਨਸਾਨ ਤਾਂ ਇੱਕੋ ਜਿਹੇ ਸਾਰੇ, ਮਨੁੱਖ ਨੂੰ ਦੇਖ ਕੇ ਕਿਵੇਂ ਪਤਾ ਲੱਗਦਾ ਸੀ ਕਿ ਉਹ ਚਾਰਾਂ ਚੋਂ ਕਿਹੜੇ ਵਰਨ ਨੂੰ ਬਿਲੋਂਗ ਕਰਦਾ ਹੈ? ਆਪਾਂ ਕਿਸੇ ਮਨੁੱਖ ਨੂੰ ਦੇਖ ਰਹੇ ਹਾਂ, ਕਿਵੇਂ ਪਤਾ ਲੱਗਦਾ ਸੀ ਕਿ ਉਹ ਬ੍ਰਾਹਮਣ ਵਰਗ ਤੋਂ ਹੈ, ਕਿ ਉਹ क्षत्रिय ਤੋਂ ਹੈ, ਕਿ ਉਹ ਵੈश्य ਤੋਂ ਹੈ, ਕਿ ਸ਼ੂਦਰ ਤੋਂ ਹੈ? ਤਾਂ ਇਹ ਚਾਰੋਂ ਵਰਨਾਂ ਦੀ ਪਛਾਣ ਕਿਸ ਤੋਂ ਹੁੰਦੀ ਸੀ? ਉਹਦੇ ਆਕੂਪੇਸ਼ਨ ਤੋਂ, ਯਾਨੀ ਕੰਮ ਤੋਂ। ਜਿਹੜਾ ਮਨੁੱਖ ਜਿਸ ਤਰ੍ਹਾਂ ਦਾ ਕੰਮ ਕਰੂਗਾ ਉਹਨੂੰ ਉਸ ਤਰ੍ਹਾਂ ਦੇ ਵਰਨ ਸਿਸਟਮ ਦੇ ਵਿੱਚ ਰੱਖਿਆ ਜਾਊਗਾ। ਗੱਲ ਸਮਝ ਆ ਗਈ? ਕਿਵੇਂ ਜੀ? ਬ੍ਰਾਹਮਣ ਦਾ ਕੰਮ ਕੀ ਸੀ? ਗਿਆਨ ਵੰਡਣਾ। ਜਿਹੜੇ ਲੋਕ ਗਿਆਨ ਦਿੰਦੇ ਸੀ ਉਹ ਕਾਹਦੀ ਕੈਟਾਗਰੀ ਚ ਆਉਂਦੇ ਸੀ? ਬ੍ਰਾਹਮਣ। क्षत्रिय ਦਾ ਕੰਮ ਹੁੰਦਾ ਸੀ ਰੱਖਿਆ ਕਰਨਾ। ਰੱਖਿਆ ਕਰਨ ਵਾਸਤੇ ਜਨਮ ਹੋਇਆ क्षत्रिय ਦਾ। ਜੇ ਆਪਾਂ ਗੱਲ ਕਰੀਏ ਭਗਵਾਨ ਰਾਮ, ਉਹ ਕੀ ਸੀ? ਇੱਕ क्षत्रिय ਸੀ। क्षत्रिय ਵਰਨ ਤੋਂ ਬਿਲੋਂਗ ਕਰਦੇ ਸੀ ਕਿਉਂਕਿ ਉਹਨਾਂ ਦਾ ਜਨਮ ਹੀ ਕਿਉਂ ਸੀ? ਰਾਖਸ਼ਾਂ ਦਾ ਨਾਸ਼ ਕਰਨ ਵਾਸਤੇ ਤੇ ਪ੍ਰਜਾ ਦੀ ਰੱਖਿਆ ਵਾਸਤੇ। ਵੈਸ਼ਿਆ ਦਾ ਕੰਮ ਹੁੰਦਾ ਹੈ ਵਪਾਰ ਕਰਨਾ, ਤੇ ਸ਼ੂਦਰਾਂ ਦਾ ਕੰਮ ਕੀ ਸੀ? ਉੱਪਰਲੇ ਤਿੰਨੇ ਬੰਦਿਆਂ ਦੀ ਸੇਵਾ ਕਰਨੀ ਤੇ ਕੀ ਕਰਨਾ? ਮਜ਼ਦੂਰੀ ਕਰਨਾ। ਇਹ ਚਾਰ ਵਰਨ ਮੰਨੇ ਗਏ ਹੈ ਤੇ ਇਹ ਮੰਨਿਆ ਜਾਂਦਾ ਹੈ, ਹਿੰਦੂ ਧਰਮ ਦੇ ਅਨੁਸਾਰ ਇਹ ਮੰਨਿਆ ਗਿਆ ਕਿ ਇਹ ਚਾਰੇ ਵਰਨਾਂ ਦੀ ਜਿਹੜੀ ਉਤਪਤੀ ਹੈ, ਚਾਰੇ ਵਰਨਾਂ ਜਨਮ ਬ੍ਰਹਮਾ ਜੀ ਦੇ ਸਰੀਰ ਚੋਂ ਹੋਇਆ। ਬ੍ਰਹਮਾ ਜੀ ਦੇ ਮੱਥੇ ਚੋਂ ਜਨਮ ਹੋਇਆ ਬ੍ਰਾਹਮਣ ਦਾ, ਬ੍ਰਹਮਾ ਜੀ ਦੀਆਂ ਬਾਹਾਂ ਚੋਂ ਜਨਮ ਹੋਇਆ क्षत्रिय ਦਾ, ਬ੍ਰਹਮਾ ਜੀ ਦੇ ਪੇਟ ਚੋਂ ਜਨਮ ਹੋਇਆ ਵੈश्य ਦਾ, ਤੇ ਬ੍ਰਹਮਾ ਜੀ ਦੇ ਟੰਗਾਂ ਤੋਂ ਜਨਮ ਹੋਇਆ ਸ਼ੂਦਰ ਦਾ। ਇਹ ਮੰਨਿਆ ਗਿਆ ਜੀ। ਤਾਂ ਇਹ ਕੰਮ ਦੇ ਆਧਾਰ ਤੇ ਸੀਗਾ, ਯਾਨੀ ਕਰਮ, ਕੰਮ ਦੇ ਆਧਾਰ ਤੇ ਚਾਰ ਵਰਨ ਮੰਨੇ ਗਏ ਸੀ। ਪਰ ਅੱਗੇ ਜਾ ਕੇ ਜਿਵੇਂ ਜਿਵੇਂ ਟਾਈਮ ਟੱਪਦਾ ਗਿਆ, ਰਿਗ ਵੈਦਿਕ ਕਾਲ ਦੇ ਵਿੱਚ ਜਿਹੜਾ ਇਹ ਵਰਨ ਸਿਸਟਮ ਸੀ ਇਹ ਕੰਮ ਦੇ ਆਧਾਰ ਤੇ ਸੀ। ਪਰ ਉੱਤਰ ਵੈਦਿਕ ਕਾਲ ਤੱਕ ਆਂਦੇ ਆਂਦੇ ਇਹ ਕਰਮ ਦੇ ਆਧਾਰ ਤੇ ਨਹੀਂ ਬਲਕਿ ਕਿਸ ਆਧਾਰ ਤੇ ਹੋ ਗਿਆ? ਜਨਮ ਦੇ ਆਧਾਰ ਤੇ ਹੋ ਗਿਆ ਜੀ। ਇੱਥੋਂ ਹੀ ਫਿਰ ਆਪਣੇ ਜਾਤ ਪਾਤ ਸ਼ੁਰੂ ਹੋਇਆ। ਕਿਵੇਂ? ਬ੍ਰਾਹਮਣ ਕੌਣ ਹੁੰਦੇ ਸੀ? ਜਿਹੜਾ ਘੱਟੋ ਘੱਟ ਇੱਕ ਵੇਦ ਦਾ ਗਿਆਨ ਰੱਖਦਾ ਹੋਵੇ ਉਹਨੂੰ ਆਪਾਂ ਬੋਲਦੇ ਸੀ ਬ੍ਰਾਹਮਣ। ਉਹ ਬ੍ਰਾਹਮਣ ਕਹਿਲਾਉਂਦਾ ਸੀ। ਜਿਹਨੂੰ ਦੋ ਵੇਦਾਂ ਦਾ ਗਿਆਨ ਹੋਵੇ ਬੋਲਦੇ ਆਪਾਂ ਦਵੀਵੇਦੀ, ਜਿਹਨੂੰ ਤਿੰਨ ਵੇਦਾਂ ਦਾ ਗਿਆਨ ਹੋਵੇ ਤ੍ਰਿਵੇਦੀ, ਜਿਹਨੂੰ ਚਾਰ ਵੇਦਾਂ ਦਾ ਗਿਆਨ ਰੱਖਦਾ ਹੋਵੇ ਚਤੁਰਵੇਦੀ। ਏਦਾਂ ਹੀ क्षत्रिय ਦਾ ਕੰਮ ਸੀ ਦੇਸ਼ ਦੀ ਰੱਖਿਆ ਕਰਨੀ। ਅੱਜ ਵੀ ਆਪਾਂ ਗੱਲ ਕਰੀਏ, ਅੱਜ ਵੀ ਇਹ ਚਾਰੋਂ ਵਰਨ ਆਪਣੇ ਪ੍ਰੈਜ਼ੈਂਟ ਟਾਈਮ ਫੋਲੋ ਕਰਦੇ ਆ। ਜਿਵੇਂ ਦੇਖੋ ਜਿਹੜੇ ਤੁਹਾਨੂੰ ਟੀਚਰਸ ਪੜਾਉਂਦੇ ਆ, ਮੰਨ ਲਓ ਤੁਹਾਨੂੰ ਮੈਂ ਪੜਾ ਰਿਹਾ, ਮੈਂ ਕਿਹੜੀ ਕੈਟਾਗਰੀ ਚ ਆ ਸਕਦਾ? ਬ੍ਰਾਹਮਣ। ਜਿਹੜੇ ਆਪਣੇ ਫੌਜੀ ਭਰਾ ਬੈਠੇ ਆ ਸਰਹੱਦਾਂ ਤੇ, ਉਹ ਦੇਸ਼ ਦੀ ਰੱਖਿਆ ਲਈ ਬੈਠੇ, ਉਹ ਕਿਹੜੇ ਵਰਗ ਚ ਆ ਗਏ? क्षत्रिय ਚ। ਜਿਹੜੇ ਵਪਾਰੀ ਵਪਾਰ ਕਰਦੇ ਆ, ਬਿਜ਼ਨਸ ਕਰਦੇ ਆ, ਉਹ ਹੁੰਦੇ ਆ ਵੈश्य ਚ। ਜਿਹੜੇ ਲੋਕ ਮਜ਼ਦੂਰੀ ਕਰਦੇ ਉਹ ਕਾਹਦੇ ਚ ਹੁੰਦੇ ਆ? ਸ਼ੂਦਰ ਚ। ਪਰ ਇਹ ਕਰਮ ਦੇ ਆਧਾਰ ਤੇ ਸੀ ਕਿ ਕੰਮ ਨੂੰ ਦੇਖ ਕੇ ਬੰਦੇ ਦਾ ਵਰਨ ਪਛਾਣਿਆ ਜਾਂਦਾ ਸੀ। ਪਰ ਕੀ ਹੋਇਆ? ਜਿਵੇਂ ਮੰਨ ਲਓ ਬ੍ਰਾਹਮਣ ਹੈ, ਬ੍ਰਾਹਮਣ ਦੇ ਘਰੇ ਜਿਹੜਾ ਬੇਟਾ ਜਨਮਿਆ, ਮੰਨ ਲਓ ਉਹ ਗਿਆਨੀ ਨਹੀਂ ਹੈਗਾ, ਬ੍ਰਾਹਮਣ ਦੇ ਪੁੱਤਰ ਨੇ, ਬ੍ਰਾਹਮਣ ਨਹੀਂ ਬਣਿਆ, ਬ੍ਰਾਹਮਣ ਦੇ ਪੁੱਤਰ ਨੇ ਮੰਨ ਲਓ ਵਪਾਰ ਕਰਨ ਲੱਗ ਗਿਆ। ਬ੍ਰਾਹਮਣ ਦਾ ਇੱਕ ਬੇਟਾ ਹੈ ਉਹ ਵਪਾਰ ਕਰਨ ਲੱਗ ਗਿਆ, ਤਾਂ ਫਿਰ ਕੀ ਉਹ ਬ੍ਰਾਹਮਣ ਦਾ ਪੁੱਤਰ ਹੈ ਜਿਹੜਾ ਉਹ ਕੀ ਕਹਿਲਾਊਗਾ? ਵੈश्य। ਤਾਂ ਹੁਣ ਕੀ ਸੀਗਾ ਅੱਗੇ ਜਾ ਕੇ? ਬ੍ਰਾਹਮਣ ਕੀ ਹੈ? ਇਹ ਚੀਜ਼ ਕਰਮ ਤੋਂ ਲੈ ਕੇ ਜਨਮ ਦੇ ਆਧਾਰ ਤੇ ਹੋਗੀ ਕਿ ਬ੍ਰਾਹਮਣ ਦਾ ਮੁੰਡਾ ਚਾਹੇ ਵੇਦਾਂ ਦਾ ਗਿਆਨ ਹੋਵੇ ਨਾ ਹੋਵੇ ਪਰ ਉਹ ਜਨਮ ਤੋਂ ਹੀ ਬ੍ਰਾਹਮਣ ਕਹਿਲਾਊਗਾ। ਇਸੇ ਕਰਕੇ ਬ੍ਰਾਹਮਣਾਂ ਦਾ ਜਿਹੜੀ ਇੰਪੋਰਟੈਂਸ ਹੌਲੀ ਹੌਲੀ ਵਧਣੀ ਸ਼ੁਰੂ ਹੋ ਗਈ। ਉਹ ਆਪਦੇ ਆਪ ਨੂੰ ਉੱਚ ਜਾਤੀ ਦੇ ਸਮਝਣ ਲੱਗ ਗਏ ਤੇ ਸ਼ੂਦਰਾਂ ਦੀ ਹਾਲਤ ਬੜੀ ਮਾੜੀ ਹੋਣ ਲੱਗ ਗਈ। ਇੱਥੋਂ ਹੀ ਫਿਰ ਜਾਤ ਪਾਤ ਸਿਸਟਮ ਸ਼ੁਰੂ ਹੋਇਆ ਸੀ। ਠੀਕ ਹੈ ਜੀ। ਤਾਂ ਇਹ ਕੀ ਹੈ? ਕੁਐਸਚਨ ਆਂਦਾ ਹੈ ਵਰਨ ਸਿਸਟਮ ਦਾ ਉਲੇਖ ਰਿਗਵੇਦ ਦੇ ਕਿਹੜੇ ਮੰਡਲ ਚ? 10ਵੇਂ ਮੰਡਲ ਚ, ਜਿਹਦੀ ਰਚਨਾ ਕੀਤੀ ਹੈ ਰਿਸ਼ੀ ਮਹਾਸੁਕਤਿਆਂ ਨੇ। ਠੀਕ ਹੈ। ਇਹਦੇ ਵਿੱਚ ਮਨੁੱਖ ਦੇ ਚਾਰ ਵਰਨ ਮੰਨੇ ਗਏ ਆ, ਬ੍ਰਾਹਮਣ, क्षत्रिय, वैश्य ਤੇ ਸ਼ੂਦਰ। ਮੰਨਿਆ ਗਿਆ ਕਿ ਇਹ ਚਾਰੋਂ ਵਰਨ ਬ੍ਰਹਮਾ ਜੀ ਦੇ ਸਰੀਰ ਤੋਂ ਉਤਪਤੀ ਹੋਈ ਹੈ। ਬ੍ਰਹਮਾ ਜੀ ਦੇ ਮਸਤਿਸ਼ਕ ਯਾਨੀ ਦਿਮਾਗ ਚੋਂ ਬ੍ਰਾਹਮਣ ਉਤਪੰਨ ਹੋਏ ਹੈ।
ब्रह्मा जी दी बाहां चों क्षत्रिय है, ब्रह्मा जी दे पेट चों वैश्या ते ब्रह्मा जी दे टंगां चों शूद्र। एक पछाण किवें हुंदी सी मनुख नूं देख किवें पता लगदा भी किहड़े वर्ण तो बिलोंग करदा है, ਉਹ ਉਹਦੇ ਕੰਮ ਨੂੰ ਦੇਖਦੇ ਹੋਏ ਜਿਹਦਾ ਜਿਸ ਤਰ੍ਹਾਂ ਦਾ ਕੰਮ ਸੀ ਉਸ ਤਰ੍ਹਾਂ ਦਾ ਵਰਨ ਹੁੰਦਾ ਸੀ। ਪਰ ਅੱਗੇ ਜਾ ਕੇ ਕੰਮ ਦੇ ਆਧਾਰ ਤੇ ਨਹੀਂ ਬਲਕਿ ਜਨਮ ਦੇ ਆਧਾਰ ਤੇ ਹੋ ਗਿਆ। ਬ੍ਰਾਹਮਣ ਦਾ ਮੁੰਡਾ ਚਾਹੇ ਵੇਦ ਦਾ ਗਿਆਨੀ ਹੈਗਾ ਚਾਹੇ ਨਹੀਂ, ਪਰ ਉਹ ਜਨਮ ਤੋਂ ਹੀ ਬ੍ਰਾਹਮਣ ਕਹਿਲਾਊਗਾ। ਹੌਲੀ ਹੌਲੀ ਫਿਰ ਬ੍ਰਾਹਮਣ ਆਪਦੇ ਆਪ ਨੂੰ ਉੱਚਾ ਸਮਝਣ ਲੱਗ ਗਏ, ਸ਼ੂਦਰਾਂ ਦੀ ਹਾਲਤ ਬੜੀ ਮਾੜੀ ਹੋਣੀ ਸ਼ੁਰੂ ਹੋ ਗਈ ਜੀ। ਤਾਂ ਇਹ ਸੀਗਾ ਰਿਗਵੇਦ 10ਵਾਂ ਮੰਡਲ। ਠੀਕ ਹੈ ਜੀ, ਆਓ ਆਪਾਂ ਹੁਣ ਅੱਗੇ ਨੈਕਸਟ ਦੇਖੀਏ ਜੀ। ठीक है, नेक्स्ट की चीज है, नेक्स्ट हूं ध्यान नाल एक चीज देखो, एक पासे लिखो वर्ड, ठीक है जी, एक पासे लिखो टाइम, किन्ने बार जिक्र आया। कई बार क्वेश्चन आ जाता है, ये मैं की लिख रहा है कि ऋग्वेद च फलाने शब्द का जिक्र किन्ने बार आया। जिवें हुणे दस्सिया तुहानूं, जिवें एक लिख लो पहला, ऋग्वेद दे विच फादर यानी पिता, ऋग्वेद च पिता शब्द का जिक्र किन्ने बार आया है? 335 बार। दूसरा, ऋग्वेद च जन शब्द किन्ने बार आया है? जन शब्द, जन, ये जन लोकां नूं नहीं कहा जाता है जी, जन कुछ होर है, वो देखांगे आपां अगे। किन्ने बार? 275 बार। ऋग्वेद च जन शब्द का जिक्र है 275 बार। अगला थर्ड इंपॉर्टेंट क्वेश्चन की बनता है, कहते जिहड़ा ऋग्वैदिक काल सी उत्थों दा जिहड़ा समाज सी वो पितरात्मक सीगा, फादर डोमीनेंस सी, फादर दा डोमीनेंस ज्यादा रहिंदा सी परिवार दे विच। कहते ऋग्वैदिक काल दे विच सब तो प्रमुख देवता किहड़ा सी? ऋग्वैदिक काल दे विच सब तो प्रमुख देवता कौन सी? तां ओह कौन सीगा जी? इंद्र देवता। ऋग्वैदिक काल दे विच सब तो ज्यादा प्रमुख देवता जिहदी सब तो ज्यादा पूजा की जाती इंद्र देवता। क्यों? ये किवें पता लगदा है? क्योंकि सब तो ज्यादा जिक्र क्वेश्चन ऋग्वेद च किहड़े देवता का जिक्र सब तो ज्यादा बार आया? इंद्र दा। किन्ने बार आया? 250 बार। ऋग्वेद दा ऋग्वैदिक काल दा प्रमुख देवता सीगा इंद्र, जिहदा जिक्र आया 250 बार। उदों बाद आपां गल करिए ऋग्वेद च माता शब्द का जिक्र किन्ने बार आया है? तो देखो ये एब्सोल्यूटली पता है, माता का जिक्र पिता नालों घट ही होगा, इसे करके अपना की फादर डोमीनेंस। माता शब्द का जिक्र आया है 234 बार। ऋग्वेद च माता शब्द का जिक्र किन्ने बार आया? 234 बार। अगला क्वेश्चन आता है की चीज है, देखो ऋग्वेद दे विच अग्नि देवता, अग्नि देवता मानते हैं। देखो अज भी आपां देखो जिहड़ी अग्नि देवता है ना वो एक विचोले का काम करदा है, रब ते मनुख दे विचकार एक विचोले का काम करदा है, एक इंटरमीडिएट गॉड मन्निया गया अग्नि नूं। देखो पुराने टाइम ते जो ब्राह्मण वगैरह यज्ञ कराउंदे सी राजे महाराजे, यज्ञ दे विच आपां सुटदे नहीं आहुति, वो ऐ सुट के की आपां धुएं दे जरिए देवी देवते तक अपनी गल पहुंचाउणी चाहुंदे हैं। अज भी आपां कोई भी पूजा वगैरह करते हैं, आपां आरती करते हैं, आरती दे विच जोत जगाई जाती है, वो मतलब की हुंदा है कि आपां उस आरती राहीं उस अग्नि राहीं अपनी गल पहुंचा रहे हैं भगवान ताईं। ये ऐदां बंदे दी आस्था हुंदी है। तां अग्नि की है ऋग्वैदिक काल दे विच एक इंटरमीडिएट गॉड दा काम कर रही सी। ठीक है ना, इंटरमीडिएट मतलब मनुख ते भगवान दे विचकार अग्नि। अज भी आपां कोई भी चीज आपां जोत जगाउने हैं तो अग्नि है, ओहदा राहीं की हुंदा है भी मनुख दी भगवान ते गल पहुंचाउणी। तां अग्नि उदों बाद यानी ऋग्वैद दे विच इंद्र देवता तो बाद जिहड़ा दूसरा नंबर आउंदा ओह किहड़े देवता दा? अग्नि देवता दा। किन्ने बार जिक्र आया है? 200 बार। 200 बार जिक्र है अग्नि देवता। एक इंटरमीडिएट गॉड का काम किया अग्नि देवता, एक इंटरमीडिएट गॉड। ऋग्वैदिक काल के अनुसार इंटरमीडिएट गॉड किहड़े देवता लई वरत्या गया? अग्नि। एक इंटरमीडिएट गॉड दे काम कर रहे। 200 बार जिक्र आया अग्नि देवता का। ठीक है जी, अग्नि देवता का जिक्र किन्ने बार? 200 बार। फिर कोई गल करिए ऋग्वैदिक काल च सब तो पवित्र पशु किहड़ा सी?
ਜਿਹਦੇ ਪਸ਼ੂ ਦੀ ਪੂਜਾ ਕੀਤੀ ਜਾਂਦੀ ਸੀ ਉਹ ਸੀਗੀ ਗਾਏ, ਯਾਨੀ ਕਾਓ। ਰਿਗਵੇਦ ਚ ਗਾਏ ਸ਼ਬਦ ਕਿੰਨੇ ਵਾਰ ਵਰਤਿਆ ਗਿਆ? 176 ਵਾਰ। 176 ਵਾਰ ਜ਼ਿਕਰ ਹੈ ਰਿਗਵੇਦ ਦੇ ਵਿੱਚ, ਠੀਕ ਹੈ ਜੀ, ਗਾਏ ਸ਼ਬਦ ਦਾ। ਠੀਕ ਹੈ, ਤਾਂ ਬਸ ਇੰਨਾ ਹੀ ਸਫੀਸ਼ੀਐਂਟ ਹੈ, ਬਹੁਤ ਹੈ ਜੀ। ਠੀਕ ਹੈ, ਹੋਰ ਵੀ ਬਹੁਤ ਸਾਰੇ ਸ਼ਬਦ ਸੀਗੇ ਪਰ ਇੰਨਾ ਇੱਕ ਹੀ ਹੈ ਸਫੀਸ਼ੀਐਂਟ। ਠੀਕ ਹੈ ਜੀ, ਤਾਂ ਉਹ ਆਪਾਂ ਅੱਗੇ ਦੇਖੀਏ ਅੱਗੇ ਕੀ ਚੀਜ਼ ਹੈ। ਠੀਕ ਹੈ, ਆਓ ਨੈਕਸਟ ਦੇਖੀਏ। ਹੁਣ ਦੇਖੋ ਕੀ ਹੁੰਦਾ ਹੈ, ਆਪਾਂ 4 ਵੇਦਾਂ ਬਾਰੇ ਪੜ੍ਹਨਾ। ਆਪਾਂ ਪਹਿਲਾ ਵੇਦ ਦੇਖ ਰਹੇ ਹਾਂ ਹਜੇ ਰਿਗਵੇਦ। ਜੋ ਬੰਦਾ ਰਿਗਵੇਦ ਦੇ ਮੰਤਰਾਂ ਦਾ ਉਚਾਰਨ ਕਰਦਾ ਹੈ ਉਹਨੂੰ ਆਪਾਂ ਕੀ ਕਹਿ ਕੇ ਪੁਕਾਰਦੇ ਹਾਂ? ਦੇਖੋ, ਜਦੋਂ ਅੱਜ ਕੋਈ ਗੁਰਦੁਆਰਿਆਂ ਦੇ ਵਿੱਚ ਜਿਹੜੇ ਪਾਠ ਕਰਦੇ ਆਪਾਂ ਉਹਨੂੰ ਪਾਠੀ ਬੋਲਦੇ ਆ, ਤਾਂ ਇੱਕ ਕੁਐਸਚਨ ਕੀ ਬਣਦਾ ਹੈ ਕਿ ਜਿਹੜਾ ਬੰਦਾ ਅ ਪਰਸਨ ਹੂ ਰਿਸਾਈਟ ਰਿਗਵੇਦ ਜਿਹੜਾ ਬੰਦਾ ਰਿਗਵੇਦ ਦੇ ਮੰਤਰਾਂ ਦਾ ਉਚਾਰਨ ਕਰਦਾ ਉਹਨੂੰ ਆਪਾਂ ਕੀ ਕਹਿ ਕੇ ਪੁਕਾਰਾਂਗੇ? ਜੋ ਪਰਸਨ ਰਿਗਵੇਦ ਦੇ ਮੰਤਰਾਂ ਦਾ ਉਚਾਰਨ ਕਰਦਾ ਹੈ, ਜੋ ਰਿਗਵੇਦ ਨੂੰ ਪੜ੍ਹਦਾ ਜਿਹੜਾ ਵਿਅਕਤੀ, ਉਹਨੂੰ ਆਪਾਂ ਕੀ ਕਵਾਂਗੇ? ਉਹਦੇ ਵਾਸਤੇ ਇੱਕ ਸ਼ਬਦ ਵਰਤਦੇ ਸੀ ਹੋਤਰੀ। ਕਿਹੜਾ ਸ਼ਬਦ ਵਰਤਿਆ ਜਾਂਦਾ ਹੈ ਜੀ? ਹੋਤਰੀ ਜਾਂ ਹੋਤਰੀ, ਹੋਤਰ, ਹੋਤਰੀ ਜਾਂ ਹੋਤਰ। ਯਾਨੀ ਜਿਹੜਾ ਪਰਸਨ ਰਿਗਵੇਦ ਦੇ ਮੰਤਰਾਂ ਦਾ ਉਚਾਰਨ ਕਰਦਾ ਹੈ ਉਹਨੂੰ ਆਪਾਂ ਕੀ ਬੋਲਦੇ ਆ? ਹੋਤਰੀ। ਠੀਕ ਹੈ ਜੀ, ਕੀ ਬੋਲਿਆ ਜਾਂਦਾ ਉਹਨੂੰ? ਹੋਤਰੀ। ਤਾਂ ਇਹ ਆਪਾਂ 4 ਵੇਦਾਂ ਦਾ ਪੜਾਂਗੇ। ਜਿਹੜਾ ਰਿਗਵੇਦ ਦੇ ਮੰਤਰਾਂ ਦਾ ਉਚਾਰਨ ਕਰਦਾ ਉਹਨੂੰ ਆਪਾਂ ਹੋਤਰੀ ਬੋਲਦੇ ਆ। ਉਸ ਬੰਦੇ ਲਈ ਆਪਾਂ ਕਿਹੜਾ ਸ਼ਬਦ ਯੂਜ਼ ਕਰਦੇ ਆ? ਹੋਤਰੀ। ਅ ਪਰਸਨ ਹੂ ਰਿਸਾਈਟ ਰਿਗਵੇਦ ਹਿਮਨਸ, ਜੋ ਪਰਸਨ ਰਿਗਵੇਦ ਦੇ ਮੰਤਰਾਂ ਦਾ ਉਚਾਰਨ ਕਰਦਾ। ਹੁਣ ਅੱਗੇ ਆਪਾਂ ਗੱਲ ਕਰੀਏ, ਦੇਖੋ ਜਿਹੜੇ 4 ਵੇਦ ਹੈ, ਚਾਰੋਂ ਦੇ ਚਾਰੋਂ ਵੇਦ ਆਪਾਂ ਰਿਗਵੇਦ ਨੂੰ ਐਕਸਪਲੇਨ ਕਰ ਰਹੇ ਹਾਂ, ਡਿਸਕਸ ਕਰ ਰਹੇ ਹਾਂ ਹਾਲੇ। ਚਾਰੋਂ ਦੇ ਚਾਰੋਂ ਵੇਦ ਸੰਸਕ੍ਰਿਤ ਭਾਸ਼ਾ 'ਚ ਹੈ, ਮੰਤਰ ਦਿੱਤੇ ਹੋਏ ਆ, ਸ਼ਲੋਕ ਦਿੱਤੇ ਹੋਏ ਆ। ਦੇਖੋ, ਵੇਦਾਂ ਨੂੰ ਆਮ ਬੰਦੇ ਲਈ ਸਮਝਣਾ ਬੜਾ ਕਠਿਨ ਹੈ ਕਿਉਂਕਿ ਵੇਦਾਂ ਦੇ ਵਿੱਚ ਜਿਹੜੀ ਭਾਸ਼ਾ ਵਰਤੀ ਗਈ ਉਹ ਬੜੀ ਕੰਪਲੈਕਸ ਹੈ, ਬੜੀ ਟਿਪੀਕਲ ਭਾਸ਼ਾ ਵਰਤੀ ਗਈ ਹੈ। ਕੋਈ ਵੀ ਗ੍ਰੰਥ ਦੀ ਜਿਹੜੀ ਐਕਸਪਲੇਨੇਸ਼ਨ ਹੈ, ਜਿਵੇਂ ਦੇਖੋ ਆਪਾਂ ਛੋਟੀਆਂ ਕਲਾਸਾਂ ਦੇ ਵਿੱਚ ਸਰਲ ਅਰਥ ਹੁੰਦਾ ਸੀ ਨਾ, ਸਰਲ ਅਰਥ ਆਪਣੇ ਤੋਂ ਸਮਝ ਨਹੀਂ ਆਉਂਦਾ ਸੀ, ਉਹਦੀ ਬਾਅਦ ਚ ਆਪਾਂ ਕੀ ਕਰਦੇ ਸੀ? ਵਿਆਖਿਆ। ਸਰਲ ਅਰਥ ਦੀ ਆਪਾਂ ਵਿਆਖਿਆ ਕਰਦੇ ਸੀ ਨਾ। ਜਿਹੜੇ ਵੇਦ ਹੈ ਇਹ ਸਮਝਣੇ ਬੜੇ ਜਟਿਲ ਹੈ, ਇਹ ਆਮ ਬੰਦੇ ਦੇ ਸਮਝਣੇ ਬੜੇ ਔਖੇ ਹੈ। ਇਸੇ ਕਰਕੇ ਵੇਦਾਂ ਨੂੰ ਸਰਲ ਕਰਨ ਵਾਸਤੇ ਉਹਨਾਂ ਦੇ ਉੱਪਰ ਕੀ ਹੈ? ਕੁਝ ਬ੍ਰਾਹਮਣ ਵੇਦ ਲਿਖੇ ਗਏ ਹੈ। ਜਿਵੇਂ ਆਪਾਂ ਗੱਲ ਕਰੀਏ ਸਿੱਖ ਧਰਮ ਦੇ ਵਿੱਚ ਆਪਾਂ ਜਪਜੀ ਸਾਹਿਬ ਦਾ ਪਾਠ ਪੜ੍ਹਦੇ ਹਾਂ। ਜਪਜੀ ਸਾਹਿਬ ਦੇ ਉੱਪਰ ਇੱਕ ਟੀਕਾ ਬਣਦਾ ਨਾ, ਇੱਕ ਟੀਕਾ ਕਿਤਾਬ ਬਣਦੀ ਜਿਹਦੇ ਵਿੱਚ ਜਪਜੀ ਸਾਹਿਬ ਦੀ ਐਕਸਪਲੇਨੇਸ਼ਨ ਹੁੰਦੀ ਹੈ। ਏਦਾਂ ਹੀ ਹਰ ਇੱਕ ਵੇਦਾਂ ਦੇ ਬ੍ਰਾਹਮਣ ਵੇਦ ਹੋਣਗੇ। ਜਿੰਨੇ ਵੀ ਆਪਾਂ 4 ਵੇਦ ਪੜਾਂਗੇ, ਹਰ ਇੱਕ ਵੇਦਾਂ ਦੇ ਕੀ ਹੈ? ਬ੍ਰਾਹਮਣ ਵੇਦ। ਬ੍ਰਾਹਮਣ ਵੇਦਾਂ 'ਚ ਕੀ ਹੈ? ਉਸ ਵੇਦ ਨੂੰ ਪ੍ਰੋਪਰ ਤੌਰ ਤੇ ਐਕਸਪਲੇਨ ਕੀਤਾ ਹੋਇਆ ਇੱਕ ਸਿੰਪਲ ਭਾਸ਼ਾ 'ਚ। ਤਾਂ ਬ੍ਰਾਹਮਣ ਵੇਦ ਕੀ ਆਪਾਂ ਕੀ ਕਹਿ ਸਕਦੇ ਹਾਂ? ਬ੍ਰਾਹਮਣ ਵੇਦ ਸਿੰਪਲ ਡਿਸਕ੍ਰਿਪਟਿਵ ਵਰਜ਼ਨ ਆਫ ਵੇਦ। ਵੇਦਾਂ ਦੀ ਸਭ ਤੋਂ ਇੱਕ ਸਿੰਪਲ ਡਿਸਕ੍ਰਿਪਟਿਵ ਵਰਜ਼ਨ ਹੈ ਇਹ। ਕਹਿਣ ਦਾ ਭਾਵ, ਜੇ ਆਪਾਂ ਕੋਈ ਬੰਦਾ ਆਪਾਂ ਨੂੰ ਕਹੇ ਵੀ ਆਪਾਂ ਰਿਗਵੇਦ ਪੜ੍ਹਨਾ ਹੈ, ਰਿਗਵੇਦ ਆਮ ਬੰਦੇ ਨੂੰ ਸਮਝ ਬੜੀ ਮੁਸ਼ਕਲ ਨਾਲ ਆਊਗਾ, ਤਾਂ ਰਿਗਵੇਦ ਨੂੰ ਸਮਝਣ ਵਾਸਤੇ ਆਪਾਂ ਨੂੰ ਕੀ ਪੜ੍ਹਨੇ ਪੈਣਗੇ? ਰਿਗਵੇਦ ਦੇ ਬ੍ਰਾਹਮਣ ਵੇਦ। ਤਾਂ ਰਿਗਵੇਦ ਦੀ ਜਿਹੜੀ ਐਕਸਪਲੇਨੇਸ਼ਨ ਹੈ, ਜਿਹੜਾ ਵਰਣਨ ਹੈ ਉਹਦਾ ਪ੍ਰੋਪਰ ਤੌਰ ਤੇ ਇੱਕ ਸਿੰਪਲ ਭਾਸ਼ਾ 'ਚ, ਉਹ ਉਹਦੇ ਬ੍ਰਾਹਮਣ ਵੇਦਾਂ 'ਚ ਦਿੱਤਾ ਹੋਊਗਾ। ਤਾਂ ਹੁਣ ਕੁਐਸਚਨ ਆਉਂਦਾ ਹੈ, ਰਿਗਵੇਦ ਨੂੰ ਸਮਝਣ ਲਈ ਕਿੰਨੇ ਬ੍ਰਾਹਮਣ ਗ੍ਰੰਥ ਹੈ? 2 ਬ੍ਰਾਹਮਣ ਵੇਦ ਲਿਖੇ ਗਏ ਆ ਰਿਗਵੇਦ ਦੇ ਉੱਪਰ, 2 ਬ੍ਰਾਹਮਣ ਟੈਕਸਟ ਹੈ। ਤੇ ਕਈ ਵਾਰੀ ਕੁਐਸਚਨ ਆਉਂਦਾ ਹੈ, ਰਿਗਵੇਦ ਦੇ 2 ਬ੍ਰਾਹਮਣ ਵੇਦ ਕਿਹੜੇ ਹੈ ਜਿਨ੍ਹਾਂ ਵਿੱਚ ਰਿਗਵੇਦ ਨੂੰ ਇੱਕ ਸਿੰਪਲ ਭਾਸ਼ਾ ਦੇ ਵਿੱਚ ਐਕਸਪਲੇਨ ਕੀਤਾ ਹੋਇਆ ਹੈ? ਤਾਂ ਇੱਕ ਤਾਂ ਹੈਗਾ ਐਤਰੀਆ,
ਇੱਕ ਕੀ ਹੈ ਐਤਰੀਆ ਬ੍ਰਾਹਮਣ ਵੇਦ, ਐਤਰੀਆ, ਠੀਕ ਹੈ ਜੀ। ਇੱਕ ਤਾਂ ਹੈਗਾ ਐਤਰੀਆ ਤੇ ਦੂਸਰਾ ਲਿਖੋ, ਦੂਸਰਾ ਹੈ ਕੌਸ਼ਿਤਕੀ। ਦੂਸਰਾ ਕਿਹੜਾ ਹੈ ਜੀ, ਕੌਸ਼ਿਤਕੀ, ਠੀਕ ਹੈ ਜੀ। ਦੂਸਰਾ ਕਿਹੜਾ ਹੈ, ਕੌਸ਼ਿਤਕੀ। ਤਾਂ ਇਹ ਦੋ ਬ੍ਰਾਹਮਣ ਵੇਦ ਹੈ ਜੀ। ਹਰ ਇੱਕ ਵੇਦਾਂ ਦੇ ਬ੍ਰਾਹਮਣ ਵੇਦ ਹੋਣਗੇ, ਆਪਣੀ ਗੱਲ ਯਾਦ ਰੱਖਿਓ, ਕੌਸ਼ਿਤਕੀ। ਤਾਂ ਇਹਨਾਂ ਵਿੱਚ ਰਿਗ ਵੇਦਾਂ ਨੂੰ ਇੱਕ ਸਿੰਪਲ ਭਾਸ਼ਾ ਦੇ ਵਿੱਚ ਐਕਸਪਲੇਨ ਕੀਤਾ ਹੋਇਆ ਹੈ। ਤਾਂ ਜੇਕਰ ਕਿਸੇ ਨੇ ਰਿਗਵੇਦ ਸਮਝਣੇ ਹੈ, ਰਿਗਵੇਦ ਨੂੰ ਸਮਝਣਾ ਹੈ, ਤਾਂ ਉਹਨੂੰ ਦੋ ਬ੍ਰਾਹਮਣ ਵੇਦਾਂ ਨੂੰ ਪੜ੍ਹਨਾ ਪਊਗਾ। ਇਹ ਦੋ ਬ੍ਰਾਹਮਣ ਹੈ, ਯਾਨੀ ਉਹਦੀ ਹੈਲਪਰ ਬੁੱਕ ਹੈ। ਜਿਵੇਂ ਆਪਣੇ MBD ਦੀਆਂ ਗਾਈਡਾਂ ਆਉਂਦੀਆਂ ਸੀ ਹੈਲਪ ਲੈਣ ਵਾਸਤੇ, ਏਦਾਂ ਹੀ। ਤਾਂ ਰਿਗਵੇਦ ਨੂੰ ਸਮਝਣ ਲਈ ਉਹਦੇ ਦੋ ਬ੍ਰਾਹਮਣ ਗ੍ਰੰਥ ਲਿਖੇ ਗਏ ਆ ਉਹਦੇ ਉੱਪਰ, ਇੱਕ ਐਤਰਿਆ ਬ੍ਰਾਹਮਣ ਵੇਦ, ਇੱਕ ਕੌਸ਼ਤਕੀ ਬ੍ਰਾਹਮਣ ਵੇਦ। ਕੁਐਸਚਨ ਆਉਂਦਾ ਨਾ ਐਤਰਿਆ ਬ੍ਰਾਹਮਣ ਵੇਦ ਕਿਹੜੇ ਵੇਦ ਨੂੰ ਸਮਝਣ ਲਈ ਹੈ, ਤਾਂ ਆਪਾਂ ਕੀ ਲਿਖਾਂਗੇ, ਰਿਗਵੇਦ, ਠੀਕ ਹੈ ਜੀ। ਤਾਂ ਸਮਝ ਆਈ ਜੀ ਇੱਥੋਂ ਤੱਕ? ਜੇ ਇੱਥੋਂ ਤੱਕ ਪਤਾ ਲੱਗਿਆ ਤਾਂ ਯੈਸ ਕਰ ਦਿਓ, ਫਿਰ ਆਪਾਂ ਅਗਲੇ ਵੇਦ ਨੂੰ ਸਟਾਰਟ ਕਰੀਏ। ਦੂਸਰਾ ਵੇਦ ਲਿਖੋ, ਫਿਰ ਆਪਾਂ ਪੜਾਂਗੇ ਸਾਮ ਵੇਦ। ਹਾਂਜੀ ਸਪਨਾ, ਯੈਸ। ਤਾਂ ਕੀ ਆ, ਹੁਣ ਆਪਾਂ ਅਗਲੇ ਵੇਦ ਨੂੰ ਡਿਸਕਸ ਕਰਦੇ ਹਾਂ। ਅਗਲਾ ਵੇਦ ਨੂੰ ਐਕਸਪਲੇਨ ਕਰੀਏ, ਕਿਹੜਾ ਵੇਦ ਹੈ ਜੀ, ਸਾਮ ਵੇਦ। ਟੋਟਲ 4 ਵੇਦ ਹੈ। ਦੂਸਰਾ ਆਪਾਂ ਕੀ ਦੇਖਣਾ ਹੁਣ, ਸਾਮ ਵੇਦ, ਠੀਕ ਹੈ ਜੀ। ਕੀ ਲਿਖਾਂਗੇ, ਸਾਮ ਵੇਦ। ਸਭ ਤੋਂ ਪਹਿਲਾਂ ਦੇਖੋ ਕੀ ਹੈ ਜੀ, ਸਾਮ ਵੇਦ ਦੇ ਵਿੱਚ ਜਿਹੜਾ ਸਾਮ ਸ਼ਬਦ ਆਇਆ ਹੈ, ਸਾਮ ਦਾ ਮਤਲਬ ਕੀ ਹੁੰਦਾ ਹੈ ਜੀ, ਸਾਮ ਦਾ ਮਤਲਬ ਹੈ ਸਿੰਗਿੰਗ, ਸਿੰਗਿੰਗ ਯਾਨੀ ਗਾਇਨ, ਠੀਕ ਹੈ ਜੀ। ਦੇਖੋ ਇੱਕ ਹੁੰਦਾ ਹੈ ਦੇਵੀ ਦੇਵਤਿਆਂ ਨੂੰ ਪੂਜਣ ਵਾਸਤੇ ਹੁੰਦੇ ਆ ਮੰਤਰ, ਇੱਕ ਦੇਵੀ ਦੇਵਤਿਆਂ ਲਈ ਆਪਾਂ ਕੁਝ ਗਾਉਂਦੇ ਆ, ਕੁਝ ਗੁਣਗੁਣਾਨ ਕਰਦੇ ਆ, ਠੀਕ ਹੈ ਜੀ। ਤਾਂ ਦੇਖੋ ਕੀ ਹੈ, ਜ਼ਿਆਦਾਤਰ ਜਿਹੜੇ ਇਹਦੇ ਵਿੱਚ ਮੰਤਰ ਹੈ ਉਹਨਾਂ ਨੂੰ ਗਾਇਨ ਕੀਤਾ ਗਿਆ। ਦੇਖੋ ਕੀ ਹੈ, ਰਿਗਵੇਦ ਦੇ ਵਿੱਚ ਜਿਹੜੇ ਮੰਤਰ ਉਹ ਵੀ ਦੇਵੀ ਦੇਵਤਿਆਂ ਲਈ ਹੈ, ਸਾਮਵੇਦ ਵਿੱਚ ਵੀ ਮੰਤਰ ਦੇਵੀ ਦੇਵਤਿਆਂ ਲਈ ਹੈ। ਰਿਗਵੇਦ ਦੇ ਵਿੱਚ ਤਾਂ ਆਪਾਂ ਕੀ ਮੰਤਰਾਂ ਨੂੰ ਸਿਰਫ ਪੜਾਂਗੇ, ਠੀਕ ਹੈ ਜੀ, ਤੇ ਸਾਮਵੇਦ ਚ ਉਹਨਾਂ ਮੰਤਰਾਂ ਦਾ ਗਾਇਨ ਕਰਾਂਗੇ। ਗਾਇਨ ਜਿਵੇਂ ਦੇਖੋ ਆਪਣੇ ਕਈ ਵਾਰ ਜਿਹੜੇ ਆਪਣੇ ਸਿੱਖ ਧਰਮ ਦੀ ਗੱਲ ਕਰੀਏ, ਗੁਰਦੁਆਰਿਆਂ 'ਚ ਆਪਣੇ ਪਾਠ ਹੁੰਦਾ, ਜਪਜੀ ਸਾਹਿਬ ਦਾ, ਸੁਖਮਨੀ ਸਾਹਿਬ ਦਾ, ਆਨੰਦ ਸਾਹਿਬ ਦਾ ਪਾਠ ਹੁੰਦਾ ਹੈ। ਕਈ ਵਾਰ ਤਾਂ ਸਿਰਫ ਮਾਈਕ ਤੇ ਪਾਠ ਪੜ੍ਹਦੇ ਹੈ, ਕਈ ਵਾਰੀ ਉਹ ਪਾਠ ਨੂੰ ਕੀਰਤਨ ਰਾਹੀਂ, ਮਤਲਬ ਤਬਲਾ ਤੇ ਜਿਹੜਾ ਬਾਜਾ ਹੁੰਦਾ ਉਹਦੇ ਉੱਪਰ ਗਾਇਨ ਕਰਦੇ ਆ ਪਾਠ ਨੂੰ, ਠੀਕ ਹੈ ਜੀ, ਉਹ ਇੱਕ ਗਾਇਨ ਹੋ ਗਿਆ। ਤਾਂ ਇਹਦੇ ਵਿੱਚ ਕੀ ਹੈ, ਜਿਹੜੇ ਜਿੰਨੇ ਵੀ ਮੰਤਰ ਹੈ, ਜ਼ਿਆਦਾਤਰ ਸਾਮਵੇਦ ਦੇ ਵਿੱਚ ਜਿਹੜੇ ਮੰਤਰ ਹੈ ਉਹ ਰਿਗਵੇਦ ਦੇ ਮੰਤਰਾਂ 'ਚ ਹੀ ਲਿੱਤੇ ਗਏ ਆ, ਠੀਕ ਹੈ ਜੀ। ਜ਼ਿਆਦਾਤਰ ਸਾਮਵੇਦ ਜਿਹੜੇ ਮੰਤਰ ਆ ਉਹ ਰਿਗਵੇਦ ਦੀ ਮੰਤਰ ਹੈ ਸੇਮ, ਕੁਝ ਅਲੱਗ ਕੁਝ ਐਕਸਟਰਾ ਮੰਤਰ ਵੀ ਹੈਗੇ ਆ, ਪਰ ਜਿਹੜੇ ਉਹ ਮੰਤਰ ਹੈ ਉਹਨਾਂ ਦਾ ਗਾਇਨ ਕੀਤਾ ਗਿਆ, ਠੀਕ ਹੈ ਜੀ। ਕਹਿਣ ਦਾ ਭਾਵ ਕੀ ਹੈ ਜੀ, ਸਾਮ ਦਾ ਮਤਲਬ ਹੁੰਦਾ ਗਾਉਣਾ। ਜਿਹੜਾ ਆਪਣਾ ਭਾਰਤੀ ਸੰਗੀਤ ਹੈ, ਇੰਡੀਅਨ ਮਿਊਜ਼ਿਕ ਦੀ ਸ਼ੁਰੂਆਤ ਹੀ ਸਾਮਵੇਦ ਤੋਂ ਹੋਈ ਹੈ, ਇੱਥੋਂ ਹੀ ਇਹਦਾ ਜਨਮ ਹੋਇਆ, ਸਾਮਵੇਦ ਤੋਂ। ਇਸੇ ਕਰਕੇ ਸਾਮਵੇਦ ਨੂੰ ਆਪਾਂ ਕੀ ਕਹਿੰਦੇ ਆ, ਫਾਦਰ ਆਫ ਇੰਡੀਅਨ ਮਿਊਜ਼ਿਕ, ਭਾਰਤੀ ਸੰਗੀਤ ਦਾ ਜਨਕ ਕਿਹਾ ਜਾਂਦਾ ਹੈ ਸਾਮਵੇਦ ਨੂੰ, ਕਿਉਂਕਿ ਸੰਗੀਤ ਹੈ, ਗਾਇਨ ਹੁੰਦਾ ਇਹਦੇ ਵਿੱਚ, ਇਸੇ ਕਰਕੇ ਇਹਨੂੰ ਭਾਰਤੀ ਸੰਗੀਤ ਦਾ ਜਨਕ ਕਿਹਾ ਜਾਂਦਾ ਹੈ, ਫਾਦਰ ਆਫ ਇੰਡੀਅਨ ਮਿਊਜ਼ਿਕ, ਸਾਮਵੇਦ ਨੂੰ, ਠੀਕ ਹੈ ਜੀ। ਤਾਂ ਇਹਦੇ ਵਿੱਚ ਜਿਹੜੇ ਮੰਤਰ ਹੈ ਉਹ ਸਿੱਧਾ ਨਹੀਂ ਉਹਦਾ ਪ੍ਰਚਾਰ ਕੀਤਾ ਜਾਂਦਾ, ਉਹਨੂੰ ਗਾ ਕੇ, ਠੀਕ ਹੈ। ਇੱਕ ਹੁੰਦਾ ਮੰਨ ਲਓ ਜਿਵੇਂ ਆਪਣਾ ਕੋਈ ਸਿੰਗਰ ਗਾਣਾ ਗਾਉਂਦਾ, ਪਿੱਛੇ ਉਹ ਪੂਰਾ ਗਾਣਾ ਸਿੰਗਿੰਗ ਮਿਊਜ਼ਿਕ ਚੱਲਦਾ ਹੈ, ਇਹ ਆਪਾਂ ਗਾਣੇ ਨੂੰ ਪੜ੍ਹੀ ਚੱਲੀਏ, ਉਹ ਇੱਕ ਅਲੱਗ ਚੀਜ਼ ਹੈ। ਤਾਂ ਫਾਦਰ ਆਫ ਇੰਡੀਅਨ ਮਿਊਜ਼ਿਕ, ਭਾਰਤੀ ਸੰਗੀਤ ਦਾ ਜਨਮ। ਤੇ ਜਿਹੜੇ ਆਪਣੇ ਸੰਗੀਤ ਦੇ 7 ਸਵਰ ਹੁੰਦੇ ਹੈ, ਯਾਨੀ 7 ਮਿਊਜ਼ੀਕਲ ਨੋਟਸ, ਠੀਕ ਹੈ, 7 ਮਿਊਜ਼ੀਕਲ ਨੋਟਸ, ਜਿਹੜੇ ਸੰਗੀਤ ਦੇ 7 ਸਵਰ ਹੁੰਦੇ ਹੈ, ਠੀਕ ਹੈ ਜੀ, ਜਿਹਨਾਂ ਬੋਲਦੇ ਆ 7 ਸਵਰ। ਸੰਗੀਤ ਦੇ 7 ਸਵਰ ਦਾ ਜ਼ਿਕਰ ਸਭ ਤੋਂ ਪਹਿਲਾਂ ਸਾਮਵੇਦ ਵਿੱਚ ਲਿਖਿਆ ਗਿਆ ਜੀ। 7 ਸਵਰ ਕਿਹੜੇ ਹੁੰਦੇ ਆ, ਸਾ, ਰੇ, ਗਾ,
लिखो सा रे ग मा प ध नी, फिर आ जाता स, सा रे गा मा पा धा नी सा, सा रे गा मा पा धा नी सा। ਤਈ 7 ਸਵਰ ਹੁੰਦੇ ਸਾਰੇ ਗਾਮਾ ਪਾਧਾ ਨੀ। ਤਾਂ ਸੰਗੀਤ ਦੇ 7 ਸਵਰਾਂ ਬਾਰੇ ਵੀ ਸਭ ਤੋਂ ਪਹਿਲਾਂ ਸਾਮਵੇਦ ਦੇ ਵਿੱਚ ਜ਼ਿਕਰ ਆਇਆ ਹੋਇਆ 7 ਸਵਰਾਂ ਦਾ। अगला फिर वही क्वेश्चन आ गया, अ पर्सन रिसाइट सामवेद, ਉਹ ਵਿਅਕਤੀ ਜੋ ਸਾਮਵੇਦ ਦੇ ਮੰਤਰਾਂ ਦਾ ਗਾਇਨ ਕਰੂਗਾ ਜਾਂ ਉਚਾਰੂਗਾ ਉਹਨੂੰ ਕਿਸ ਨਾਮ ਨਾਲ ਜਾਣਿਆ ਜਾਊਗਾ। ਜਿਵੇਂ ਆਪਾਂ ਹੁਣੇ ਪੜਿਆ, ਜਿਹੜਾ ਬੰਦਾ ਰਿਗਵੇਦ ਦੇ ਮੰਤਰਾਂ ਦਾ ਉਚਾਰਨ ਕਰਦਾ ਉਹਨੂੰ ਆਪਾਂ ਬੋਲਦੇ ਹਾਂ ਹੋਤਰੀ। ਜਿਹੜਾ ਬੰਦਾ ਸਾਮਵੇਦ ਦੇ ਮੰਤਰਾਂ ਦਾ ਉਚਾਰਨ ਕਰੂਗਾ ਉਹਨੂੰ ਬੋਲਦੇ ਆ ਉਦਗਾਤਾ। ਕੀ ਬੋਲਿਆ ਜਾਊਗਾ ਜੀ? ਉਦਗਾਤਾ। ਉਦਗਾਤਾ। ਅ ਪਰਸਨ ਹੂ ਰਿਸਾਈਟ ਸਾਮਵੇਦ ਹਿਮਨਸ, ਉਹ ਵਿਅਕਤੀ ਜੋ ਸਾਮਵੇਦ ਦੇ ਮੰਤਰਾਂ ਦਾ ਉਚਾਰਨ ਕਰਦਾ ਹੈ ਉਹਨੂੰ ਉਦਗਾਤਾ ਕਿਹਾ ਜਾਂਦਾ ਹੈ, ਉਦਗਾਤੀ ਜਾਂ ਉਦਗਾਤਾ। ਜਿਵੇਂ ਪੜਿਆ ਸੀ ਰਿਗਵੇਦ ਦਾ ਕੀ ਸੀ? ਹੋਤਰੀ, ਤੇ ਇਹਦਾ ਕੀ ਹੁੰਦਾ? ਉਦਗਾਤਾ। ਅਗਲੀ ਆਪਾਂ ਗੱਲ ਕਰੀਏ, ਅਗਲਾ ਲਾਸਟ ਪੁਆਇੰਟ ਰਹਿ ਗਿਆ ਰਿਗਵੇਦ ਸਾਮਵੇਦ ਦਾ इंपॉर्टेंट ब्राह्मण टेक्स्ट। ब्राह्मण टेक्स्ट समझ चुके हैं। वेदां नूं सिंपल तौर ते एक्सप्लेन किया गया ब्राह्मण वेदां च। तो जिवें ऋग्वेद दे 2 ब्राह्मण सी, ऐतरेय ते कौशिकी। सामवेद दा इंपॉर्टेंट ब्राह्मण ग्रंथ किहड़ा है? ओहदा नाम लिखो की है जी? पंचविश। पंचविश ब्राह्मण, ठीक है। तो सामवेद नूं समझण वास्ते अपन नूं किहड़ा ब्राह्मण वेद पढ़ना पऊगा? पंचविश ब्राह्मण। तो यह सामवेद दा सब तो प्रमुख ब्राह्मण ग्रंथ है पंचविश ब्राह्मण, ठीक है जी। तो यह सीगा अपना दूसरा सामवेद। साम दा मतलब ही की हुंदा है? सिंगिंग, ठीक है जी। समझ आ गया स्टूडेंट्स ये चीज? तो आप देखिए अगे नेक्स्ट। नेक्स्ट आप देखते हैं थर्ड एक्सप्लेनेशन, ठीक है। थर्ड है जी यजुर्वेद। तीसरा वेद केड़ा है? यजुर्वेद। यजुर्वेद, ठीक है। हुण पहला तो यजुर्वेद का मतलब की है? जिहड़ा यजुर्वेद है वो किहड़े शब्द तो मिले? यजु तो। यजुर्वेद शब्द किस तो बने? यजु तो। ते यजु का मतलब ही की हुंदा है जी? यजु का मतलब हुंदा है यजना। लिखो जिहड़ा यजुर्वेद है वह एक यजु शब्द तो बने। यजु, यजु का मतलब हुंदा है यजना। यजना का मतलब की है? हुण यजना इहनूं आपां हिंदी च की बोलते हैं? यज्ञ। यज्ञ नूं बोलदे, यज्ञ कराउणे जिहड़े अपने यज्ञ हुंदे आ, ठीक है ना। तो यजुर्वेद यजु शब्द तो बने। यजु का मतलब हुंदा है यज्ञ। जिहड़ा यज्ञ नहीं कराउंदे सी राजे महाराजे, अज अपने यज्ञ करवाए जांदे आ, यज्ञ हुंदे सी। तो यज्ञ दे विच जिहड़े ओहदे देखो कोई भी राजा महाराजा आपदी प्रजा नूं खुश करन वास्ते, मींह पवाउण वास्ते, आपदे पुत्र प्राप्ति वास्ते यज्ञ करवाउंदा सी। यज्ञ करवाउण दे कुछ नियम हुंदे आ, कुछ मंत्र हुंदे आ। ਤਾਂ ਇਹਦੇ ਵਿੱਚ ਕੀ ਹੈ? ਯੱਗ ਦੇ ਨਿਯਮ ਤੇ ਮੰਤਰ ਹੈ ਜਿਹੜੇ ਉਹ ਕਿਹੜੇ ਵੇਦ ਦਰਜ ਹੈ? ਯਜੁਰਵੇਦ ਚ। ਤੇ ਜਿਹੜੇ ਯਜੁਰਵੇਦ ਦੇ ਵਿੱਚ ਜਿਹੜੇ ਮੰਤਰ ਹੈ ਉਹ ਕਿਸ ਚੀਜ਼ ਨਾਲ ਸੰਬੰਧਿਤ ਹੈ? ਤਾਂ ਆਪਾਂ ਕੀ ਲਿਖਾਂਗੇ? ਜਿਹੜੇ ਇਸ ਦੇ ਵਿੱਚ ਮੰਤਰ ਯੂਜ਼ ਕੀਤੇ ਗਏ ਹੈ, ਮੰਤਰ ਰਿਲੇਟਡ ਟੂ ਕਿਸ ਚੀਜ਼ ਨਾਲ ਸੰਬੰਧਿਤ ਹੈ ਯਜੁਰਵੇਦ ਚ ਮੰਤਰ? ਦੇਖੋ ਜਿਹੜੇ ਪਹਿਲਾਂ ਆਪਾਂ ਉੱਪਰਲੇ 2 ਵੇਦ ਪੜ੍ਹੇ ਉਹ ਤਾਂ ਦੇਵੀ ਦੇਵਤਿਆਂ ਨੂੰ ਖੁਸ਼ ਕਰਨ ਲਈ ਮੰਤਰ ਹੈ ਉਹਦੇ ਚ, ਪਰ ਜਿਹੜੇ ਇਹਦੇ ਵਿੱਚ ਮੰਤਰ ਆ ਉਹ ਕਿਸ ਚੀਜ਼ ਨਾਲ ਸੰਬੰਧਿਤ ਹੈ? यजुर्वेद जिहड़े मंत्र रिलेटेड टू
ਰੂਲਸ ਆਫ ਯਜਨਾ, ਯੱਗ ਕਰਾਉਣ ਦੇ ਕੁਝ ਨਿਯਮ ਨਹੀਂ ਹੁੰਦੇ, ਕੋਈ ਨਿਯਮ ਬਣੇ ਹੁੰਦੇ ਨੇ ਕਦੋਂ ਯੱਗ ਕਰਵਾਉਣਾ ਹੈ, ਕੀ ਕੁਝ ਚਾਹੀਦਾ ਯੱਗ ਵਾਸਤੇ, ਉਸ ਯੱਗ ਦੇ ਨਿਯਮ ਤੇ ਕੁਝ ਜਿਹੜੇ ਹੋਰ ਧਾਰਮਿਕ ਐਂਡ ਅਦਰ ਰਿਲੀਜੀਅਸ ਵਰਕਸ, ਕੁਝ ਹੋਰ ਧਾਰਮਿਕ ਕੰਮ ਵੀ ਹੁੰਦੇ ਆ, ਉਹਨਾਂ ਬਾਰੇ ਵੀ ਜ਼ਿਕਰ ਹੈ, ਅਦਰ ਰਿਲੀਜੀਅਸ ਵਰਕਸ। ਠੀਕ ਹੈ ਜੀ। ਤਾਂ ਯੱਗ ਦੇ ਨਿਯਮ ਤੇ ਜਿਹੜੇ ਅੰਨੇ ਆਪਣੇ ਧਾਰਮਿਕ ਕਾਰਜ ਨਹੀਂ ਕਰਦੇ ਆਪਾਂ ਵੀ ਇਹੋ ਸਮਾਨ ਸਮੂਨ ਚਾਹੀਦਾ ਏਦਾਂ ਇੰਨੇ ਵਜੇ ਪਾਠ ਪੂਜਾ ਹੋਊਗੀ ਸਾਰਾ ਕੁਝ, ਉਹ ਸਾਰੀ ਜਿਹੜੀਆਂ ਕਿਰਿਆ ਕਲਾਪਾਂ ਹੁੰਦੀਆਂ ਉਹਨਾਂ ਨਾਲ ਸੰਬੰਧਿਤ ਮੰਤਰ ਦਿੱਤੇ ਹੋਏ ਆ ਯਜੁਰਵੇਦ ਚ। ਠੀਕ ਹੈ ਜੀ, ਉਹਦੇ ਨਾਲ ਸੰਬੰਧਿਤ ਮੰਤਰ ਹੈ ਕਿਹਦੇ ਵਿੱਚ? ਯਜੁਰਵੇਦ ਚ। ਹੁਣ ਅਗਲਾ ਕੁਐਸਚਨ ਕੀ ਆਂਦਾ ਹੈ, ਇਹ ਇੱਕੋ ਇੱਕ ਇਹੋ ਜਿਹਾ ਵੇਦ ਹੈ, ਚਾਰੋਂ ਵੇਦਾਂ ਚੋਂ ਇਹ ਇੱਕੋ ਇੱਕ ਇਹੋ ਜਿਹਾ ਵੇਦ ਹੈ ਜਿਹੜਾ ਗद्य ਔਰ ਪद्य ਦੋਨਾਂ ਦੇ ਵਿੱਚ ਲਿਖਿਆ ਗਿਆ। ਇਹ ਮਤਲਬ ਕੀ ਹੈ ਵੀ ਮੈਂ ਦੱਸ ਦਿਆਂ, गद्य ਔਰ पद्य। ਠੀਕ ਹੈ ਜੀ। ਪਹਿਲਾ ਕੁਐਸਚਨ ਆ ਦੇਖੋ, ਜਿਹੜੇ ਆਪਾਂ ਚਾਰੋਂ ਵੇਦਾਂ ਦੀ ਗੱਲ ਕਰੀਏ, ਰਿਗਵੇਦ, ਸਾਮਵੇਦ, ਯਜੁਰਵੇਦ ਤੇ ਅਥਰਵਵੇਦ, ਇਹ ਇੱਕ ਮਾਤਰ ਹੈ, ਇੱਕੋ ਇੱਕ, ਚਾਰਾਂ ਵੇਦਾਂ ਚੋਂ ਇੱਕੋ ਇੱਕ ਵੇਦ ਹੈ ਜਿਹੜਾ गद्य ਤੇ पद्य ਨੇ। गद्य ਦਾ ਮਤਲਬ ਕੀ ਹੁੰਦਾ ਹੈ? ਸਟੈਂਜੇ ਦੀ ਫਾਰਮ ਚ, ਸਟੈਂਜਾ ਯਾਨੀ ਪੈਰਾਗ੍ਰਾਫ। ਇਹ ਪੈਰਾਗ੍ਰਾਫ ਦੇ ਵਿੱਚ ਵੀ ਲਿਖਿਆ, ਪੈਰਾਗ੍ਰਾਫ ਦੇ ਰੂਪ ਚ ਵੀ ਹੈ ਤੇ ਇਹ ਪੋਇਟਰੀ ਦੇ ਰੂਪ ਚ ਵੀ ਹੈ, ਦੋਨਾਂ ਰੂਪਾਂ ਚ ਲਿਖਿਆ ਗਿਆ ਜੀ ਇਹ ਜਿਹੜਾ ਵੇਦ ਹੈ। ਠੀਕ ਹੈ, ਜਿਹੜੇ ਆਪਾਂ ਉੱਪਰਲੇ ਦੋ ਦੇਖੇ ਜਿਹੜੇ ਰਿਗਵੇਦ ਹੈ ਉਹ ਤਾਂ ਇਕੱਲੇ ਪੋਇਟਰੀ ਦੀ ਫਾਰਮ ਚ ਹੈ, ਕਵਿਤਾ ਦੇ ਜਾਂ ਪੱਦੇ ਦੇ ਰੂਪ ਦੇ ਵਿੱਚ ਮੰਤਰਾਂ ਦਾ ਉਚਾਰਨ ਹੋਇਆ ਹੋਇਆ ਰਿਗਵੇਦ, ਸਾਮਵੇਦ। ਪਰ ਜਿਹੜਾ ਇਹ ਯਜੁਰਵੇਦ ਹੈ ਦੋਨਾਂ ਰੂਪਾਂ ਚ ਲਿਖਿਆ ਗਿਆ ਹੈ। ਇਹ ਕੁਝ ਸਟੈਂਜਾ ਦੀ ਫਾਰਮ ਚ ਲਿਖਿਆ ਗਿਆ, ਸਟੈਂਜਾ ਹੁੰਦਾ ਨਾ ਸਟੈਂਜਾ, ਪੈਰਾਗ੍ਰਾਫ ਦੀ ਫਾਰਮ ਚ ਹੈ, ਤੇ ਕੁਝ ਕੀ ਹੈ ਪੋਇਟਰੀ ਦੀ ਫਾਰਮ ਚ ਲਿਖਿਆ ਹੋਇਆ। ਠੀਕ ਹੈ, ਇਹ ਇੱਕੋ ਇੱਕ ਵੇਦ ਹੈ ਜਿਹੜਾ ਸਟੈਂਜਾ ਤੇ ਪੋਇਟਰੀ ਦੋਨੇ ਫਾਰਮਸ ਚ ਲਿਖਿਆ ਹੋਇਆ। ਠੀਕ ਹੈ, ਅਗਲਾ ਚੀਜ਼ ਕੀ ਹੈ ਜੀ, ਉਹੀ ਚੀਜ਼ ਦੁਬਾਰੇ, ਅ ਪਰਸਨ, ਉਹ ਵਿਅਕਤੀ ਜੋ ਯਜੁਰਵੇਦ ਦੇ ਮੰਤਰਾਂ ਦਾ ਉਚਾਰਨ ਕਰਦਾ ਹੈ, ਉਹਨੂੰ ਆਪਾਂ ਕੀ ਬੋਲਦੇ ਹਾਂ ਜੀ? ਕੀ ਬੋਲਿਆ ਜਾਂਦਾ ਉਹਨੂੰ? ਅਧਰਵਯੂ। ਕੀ ਬੋਲਾਂਗੇ ਆਪਾਂ ਉਹਨੂੰ? ਅਧਰਵਯੂ। ਅਧਰਵਯੂ ਉਹ ਵਿਅਕਤੀ ਜੋ ਯਜੁਰਵੇਦ ਦੇ ਮੰਤਰਾਂ ਦਾ ਉਚਾਰਨ ਕਰਦੇ ਹੈ, ਉਹਨੂੰ ਆਪਾਂ ਬੋਲਦੇ ਆ ਅਧਰਵਯੂ। ਠੀਕ ਹੈ ਜੀ, ਤਾਂ ਹੁਣ ਆਪਾਂ ਤਿੰਨ ਪੜ੍ਹ ਲਏ, ਦੁਬਾਰੇ ਮੈਂ ਦੇਖਾਂ। ਜਿਹੜਾ ਰਿਗਵੇਦ ਦੇ ਮੰਤਰਾਂ ਦਾ ਉਚਾਰਨ ਕਰਦਾ ਹੈ ਹੋਤਰੀ, ਜਿਹੜਾ ਸਾਮਵੇਦ ਦੇ ਮੰਤਰਾਂ ਦਾ ਉਚਾਰਨ ਕਰੂਗਾ ਉਸ ਵਿਅਕਤੀ ਨੂੰ ਆਪਾਂ ਬੋਲਾਂਗੇ ਉਦਗਾਤਾ, ਜਿਹੜਾ ਯਜੁਰਵੇਦ ਦੇ ਮੰਤਰਾਂ ਦਾ ਉਚਾਰਨ ਕਰੂਗਾ ਉਹਨੂੰ ਆਪਾਂ ਬੋਲਾਂਗੇ ਅਧਰਵਯੂ। ਠੀਕ ਹੈ ਜੀ, ਫਿਰ ਆਪਾਂ ਰਹਿ ਗਿਆ ਇਹਦਾ ਬ੍ਰਾਹਮਣ ਟੈਕਸਟ ਕਿਹੜਾ ਹੈ, ਇਹਦਾ ਵੀ ਆਪਾਂ ਦੇਖਣਾ ਹੈ। ਬ੍ਰਾਹਮਣ ਟੈਕਸਟ, ਯਜੁਰਵੇਦ ਦੇ ਬ੍ਰਾਹਮਣ ਵੇਦਾਂ ਦਾ ਕੀ ਨਾਮ ਹੈ? ਯਜੁਰਵੇਦ ਨੂੰ ਸਮਝਣ ਵਾਸਤੇ ਕਿਹੜੇ ਕਿਹੜੇ ਬ੍ਰਾਹਮਣ ਵੇਦਾਂ ਨੂੰ ਪੜ੍ਹਨ ਦੀ ਜ਼ਰੂਰਤ ਪੈਂਦੀ ਹੈ? ਤਾਂ ਪਹਿਲਾ ਆ ਗਿਆ ਸ਼ਤਪਥ ਬ੍ਰਾਹਮਣ। ਸ਼ਤਪਥ ਬ੍ਰਾਹਮਣ ਯਜੁਰਵੇਦ ਦੀ ਜਿਹੜੀ ਸਿੰਪਲ ਡਿਸਕ੍ਰਿਪਟਿਵ ਵਰਜ਼ਨ ਹੈ ਉਹ ਸ਼ਤਪਥ ਬ੍ਰਾਹਮਣ ਚ ਹੈ। ਕਿਹੜਾ ਜੀ? ਸ਼ਤਪਥ ਬ੍ਰਾਹਮਣ। ਠੀਕ ਹੈ, ਇੱਕ ਹੈਗਾ ਜੀ ਤੈਤਰੀਆ, ਲਿਖੋ ਇੱਕ ਕਿਹੜਾ ਜੀ? ਤੈਤਰੀਆ। तैतरिया ब्राह्मण। ठीक है जी, तैतरिया ब्राह्मण। ये है जी तैतरिया ब्राह्मण ग्रंथ। ਤਾਂ ਯਜੁਰਵੇਦ ਦੇ ਦੋ ਬ੍ਰਾਹਮਣ ਗ੍ਰੰਥ ਹੈ, ਸ਼ਤਪਥ ਬ੍ਰਾਹਮਣ ਤੇ ਤੈਤਰੀਆ ਬ੍ਰਾਹਮਣ, ਤੇ ਜਿਹੜਾ ਵਿਅਕਤੀ ਇਸ ਵੇਦ ਦਾ ਉਚਾਰਨ ਕਰਦਾ ਉਹਨੂੰ ਆਪਾਂ ਬੋਲਦੇ ਆਂ ਅਧਰਵਯੂ। ਠੀਕ ਹੈ ਜੀ, ਤਾਂ ਸਮਝ ਲੱਗੀ। ਇਹ ਸੀਗਾ ਆਪਣਾ ਤੀਸਰਾ ਵੇਦ ਯਜੁਰਵੇਦ, ਜਿਹੜਾ ਸਟੈਂਜਾ ਤੇ ਪੋਇਟਰੀ ਦੋਨਾਂ ਫਾਰਮਸ 'ਚ ਲਿਖਿਆ ਗਿਆ। ਆਓ ਆਪਾਂ ਦੇਖੀਏ ਨੈਕਸਟ ਕੀ ਚੀਜ਼।
चौथा वेद लिखो। अथर्व वेद। अथर्व वेद। अथर्व वेद, ठीक है जी। केड़ा वेद जी? अथर्व वेद। सब तो पहला आप जो ऋग्वेद पढ़ रहे सी, ओल्डेस्ट अमंग ऑल, ये सब तो नवा वेद है जी। ये न्यूएस्ट अमंग ऑल वेदास, चारा वेदां सब तो नवा है। अखीर ते लिखा गया, पहले इहनूं वेदां दी कैटेगरी च शामिल नहीं किया गया, पहला 3 वेद ही मन्ने जांदे सी, पर बाद विच इहनूं चौथे वेद की कैटेगरी च समझिया गया। सब तो नवा वेद है। हुण जेड़े ये वेद है, ये जेड़े वेद दे विच मंत्र है, इहदे विच काहदे मंत्र है? देखो, पहला वेद पढ़िया ऋग्वेद, ਉਹਦੇ देवी देवता ਦੇ मंत्र है। ਉਹਨਾਂ देवी देवता ਦੇ ਮੰਤਰਾਂ ਨੂੰ ਜੇ ਗਾਉਣਾ ਹੋਵੇ ਉਹਦਾ ਜ਼ਿਕਰ ਸਾਮਵੇਦ ਚ ਹੈ। ਤੀਜੇ ਚ ਯੱਗ ਦੇ ਜਿਹੜੇ ਨਿਯਮ ਹੈ ਤੇ ਜਿਹੜੇ ਅਦਰ ਕੋਈ ਧਾਰਮਿਕ ਕਿਰਿਆਵਾਂ ਹੁੰਦੀਆਂ ਉਹਦਾ ਜ਼ਿਕਰ ਹੈ। ਇਹਦੇ ਵਿੱਚ ਕੀ ਹੈ? ਇਹ ਜਿਹੜਾ ਮੰਤਰ ਹੈ ਨਾ, ਇਹ ਆਪਣੇ ਮਨੁੱਖ ਨਾਲ ਸੰਬੰਧਿਤ, ਜਿਵੇਂ ਆਪਾਂ ਕਹਿੰਦੇ ਨਹੀਂ ਜਾਦੂ ਟੋਣਾ, ਜਾਦੂ ਟੋਣਾ ਕਰਨਾ, ਆਤਮਾ ਨੂੰ ਵਸ਼ ਚ ਕਰਨਾ, ਵਸ਼ ਕਰਨਾ, ਵਸ਼ਮੇ ਕਰਨਾ, ਆਤਮਾ ਨੂੰ ਆਪਦੀ ਵਸ਼ ਚ ਕਿੱਦਾਂ ਕਰਨਾ, ਉਹਦੇ ਉਪਾਏ ਦਿੱਤੇ ਹੋਏ ਹੈ। ਇੱਕ ਆਪਣਾ ਦਾ ਕੰਮ ਆਪਣੇ ਨਾ ਗਿਆਨ ਆ ਗਿਆ, ਬੰਦੇ ਨੂੰ ਬ੍ਰਹਮ ਗਿਆਨ ਦੀ ਪ੍ਰਾਪਤੀ ਹੋ ਗਈ, ਉਹ ਚੀਜ਼ਾਂ। ਇੱਕ ਹੁੰਦਾ ਕਾਲਾ ਜਾਦੂ, ਪਿੰਡਾਂ ਚ ਆਮ ਕੀਤੇ ਜਾਂਦੇ ਇਹ ਤੰਤਰ ਮੰਤਰ ਜੇ, ਕਾਲਾ ਜਾਦੂ, ਇਹ ਚੀਜ਼ਾਂ ਹੁੰਦੀਆਂ ਨਾ ਕੁਛ ਜਿਹੜੀਆਂ ਆਪਣੀਆਂ कर्मकांड होंगे, ब्रह्म ज्ञान, जादू टोना, काला जादू, वशीकरण जा एवं और जेड़े अपने आयुर्वेदिक उपचार होंगे, जिन्ने भी अपने आयुर्वेदिक इलाज है ना, इन्हां वेदां दे विच दस्से होए है आयुर्वेदिक इलाज। जेड़े अपने वैद होंगे है ना, जेड़े वैद अपने नूं नुस्खा दसदे है, उन्होंने अथर्व वेद नूं सिख पढ़िया हुंदा पूरा। इहदे विच आयुर्वेदिक उपचार है, उपचार मतलब बंदे नूं किद्दां ठीक करना है, ਉਹਦੇ भी उपचार दिते हुए है इस वेद च। ते क्वेश्चन आंदा जादू टोना, काला जादू, आत्मा नूं वश च करना, ब्रह्म ज्ञान की प्राप्ति या आयुर्वेदिक के उपचारां वास्ते किहड़ा वेद संबंधित है? अथर्व वेद। ठीक है जी। इहदे विच आ गल्लां दित्तियां होईयां ते हुण ओही चीज, ओ परसन जो ऋग्वेद दे अथर्व वेद दे मंत्रां दा उच्चारण करदा, ਉਹਨੂੰ ਆਪਾਂ ਕੀ ਬੋਲਾਂਗੇ? ਉਹਨੂੰ ਆਪਾਂ ਬੋਲਾਂਗੇ ब्रह्मा। ਕੀ ਬੋਲਿਆ ਜਾਂਦਾ? ਉਹਨੂੰ ब्रह्मा ਬੋਲਿਆ ਜਾਂਦਾ ਜੀ। ਜਿਹੜਾ ਬੰਦਾ ਅਥਰਵ ਵੇਦ ਦੇ ਮੰਤਰਾਂ ਦਾ ਉਚਾਰਨ ਕਰਦਾ ਹੈ, ਉਹਨੂੰ ਬੋਲਿਆ ਜਾਂਦਾ ਹੈ ਬ੍ਰਹਮਾ। ਠੀਕ ਹੈ ਜੀ, ਬ੍ਰਹਮਾ ਬੋਲਿਆ ਜਾਂਦਾ ਹੈ। ਅ ਪਰਸਨ ਹੂ ਰਿਸਾਈਟ ਅਥਰਵ ਵੇਦ, ਜੋ ਬੰਦਾ ਅਥਰਵ ਵੇਦ ਨੂੰ ਉਚਾਰਨ ਕਰਦਾ ਉਹਨੂੰ ਬੋਲਦੇ ਆ ਬ੍ਰਹਮਾ। ਠੀਕ ਹੈ ਜੀ। ਫਿਰ ਆਪਾਂ ਕੀ ਦੇਖਣਾ ਇਹਦਾ? ਬ੍ਰਾਹਮਣ ਟੈਕਸਟ ਕਿਹੜਾ ਹੈ? ਬ੍ਰਾਹਮਣ ਟੈਕਸਟ, ਅਥਰਵ ਵੇਦ ਦੇ ਬ੍ਰਾਹਮਣ ਟੈਕਸਟ ਦਾ ਕੀ ਨਾਮ ਹੈ? ਉਹ ਲਿਖੋ ਜੀ। ਬ੍ਰਾਹਮਣ ਗ੍ਰੰਥ ਦਾ ਕੀ ਨਾਮ ਹੈ? ਉਹ ਲਿਖੋ ਗੋਪਥ ਬ੍ਰਾਹਮਣ। ਤੇ ਕਈ ਵਾਰੀ ਕੁਐਸਚਨ ਪੇਪਰ 'ਚ ਕਿੱਦਾਂ ਪੁੱਛਦੇ ਆ, ਤੁਹਾਨੂੰ ਕਹਿ ਦੇਣਗੇ ਜਿਹੜਾ ਗੋਪਥ ਬ੍ਰਾਹਮਣ ਹੈ ਉਹ ਕਿਹੜੇ ਵੇਦ ਨਾਲ ਸੰਬੰਧਿਤ ਹੈ? ਗੋਪਥ ਬ੍ਰਾਹਮਣ ਕਿਹੜੇ ਵੇਦ ਦਾ ਬ੍ਰਾਹਮਣ ਵੇਦ ਹੈ? ਚਾਰੋਂ ਵੇਦਾਂ ਦੇ ਨਾਮ ਹੋਣਗੇ, ਰਿਗਵੇਦ, ਸਾਮਵੇਦ। ਜਿਹੜਾ ਗੋਪਥ ਬ੍ਰਾਹਮਣ ਉਹ ਕਿਹੜੇ ਵੇਦ ਨਾਲ ਸੰਬੰਧਿਤ ਹੈ? ਅਥਰਵ ਵੇਦ ਨਾਲ। ਫਿਰ ਆਪਾਂ ਪੜਿਆ ਸ਼ਤਪਤੇ ਤੈਤਰੀय ਬ੍ਰਾਹਮਣ, ਉਹ ਯਜੁਰਵੇਦ ਨਾਲ। ਫਿਰ ਆਪਾਂ ਪੜਿਆ ਪੰਚਵਿਸ਼ ਬ੍ਰਾਹਮਣ, ਉਹ ਸਾਮਵੇਦ ਨਾਲ। ਫਿਰ ਆਪਾਂ ਪੜਿਆ ਐਤਰਿਆ ਤੇ ਕੌਸ਼ਤਕੀ, ਉਹ ਰਿਗਵੇਦ ਨਾਲ। ਠੀਕ ਹੈ ਜੀ। ਤਾਂ ਇਹ ਕੀ ਸੀਗਾ? ਗੋਪਥ ਬ੍ਰਾਹਮਣ ਕੀ ਹੈ? ਅਥਰਵ ਵੇਦ ਦੇ ਬ੍ਰਾਹਮਣ ਗ੍ਰੰਥ ਦਾ ਨਾਮ ਹੈ। ਠੀਕ ਹੈ ਜੀ। ਤਾਂ ਇਹ ਆਪਾਂ ਦੇਖੇ ਚਾਰੋਂ ਦੇ ਚਾਰੋਂ ਵੇਦਾਂ ਨੂੰ ਆਪਾਂ ਡਿਸਕਸ ਕਰ ਲਿਆ। ਠੀਕ ਹੈ ਜੀ। ਕੋਈ ਵੀ ਡਾਊਟ ਹੈ ਤਾਂ ਪੁੱਛੋ। ਤਾਂ ਆਪਾਂ ਚਾਰ ਵੇਦਾਂ ਨੂੰ ਐਕਸਪਲੇਨ ਕਰ ਲਿਆ। ਠੀਕ ਹੈ ਜੀ। ਠੀਕ ਹੈ। ਤਾਂ ਹੁਣ ਇੱਕ ਮੈਨੂੰ ਤੁਸੀਂ ਆਨਸਰ ਦਿਓ, ਜਿੰਨਾ ਵੀ ਆਪਾਂ ਪੜ੍ਹਿਆ ਹੈ, ਕਿ ਗਾਇਤਰੀ ਮੰਤਰ ਰਿਗਵੇਦ ਦੇ ਕਿਹੜੇ ਮੰਡਲ 'ਚ ਹੈ? ਗਾਇਤਰੀ ਮੰਤਰ ਦਾ ਜ਼ਿਕਰ ਰਿਗਵੇਦ ਦੇ ਕਿਹੜੇ ਮੰਡਲ 'ਚ ਦਿੱਤਾ ਗਿਆ ਹੈ? ਦੱਸੋ ਮੈਨੂੰ ਆਨਸਰ 1 ਮਿੰਟ 'ਚ।
हाँ साहिल अंकिता नोमा नहीं जी, मैं गायत्री मंत्र की गल कर रहे हैं। साहिल नौ ये गलत है ਤੁਹਾਡਾ। मेरा क्वेश्चन सुनो ध्यान नाल कि गायत्री मंत्र का जिक्र ऋग्वेद दे केड़े मंडल च है। नौवां मंडल तो सोम देवता ਨੂੰ समर्पित थर्ड। हाँ जी बिल्कुल सही, थर्ड मंडल। ते ਇਹਦੀ रचना किने की? ऋग्वेद के तीसरे मंडल की रचना केड़े ऋषि ने की? ਉਹਦਾ नाम दसो। उसका नाम की सी? ऋषि हाँ जी विश्वामित्र। बहुत वधिया जी। ਤਾਂ ਇਹ ਸੀਗਾ ਆਪਣਾ ਵੇਦ। ਅੱਜ ਆਪਾਂ ਕੰਪਲੀਟ ਕਰ ਲਏ, ਚਾਰੋਂ ਵੇਦਾਂ ਨੂੰ ਪੜ੍ਹ ਲਿਆ। ਜਿਹੜੇ ਵੀ ਇਹਦੇ ਤੇ ਕੁਐਸਚਨਸ ਬਣਦੇ ਸੀ ਆਪਾਂ ਉਹ ਡਿਸਕਸ ਕਰ ਲਏ, ਠੀਕ ਹੈ। ਅਦਰਵਾਈਜ਼ ਤੁਹਾਡਾ ਕੋਈ ਵੀ ਡਾਊਟ ਹੈ ਤਾਂ ਤੁਸੀਂ ਪੁੱਛ ਸਕਦੇ ਹੋ। ਫਿਰ ਆਪਾਂ ਸੈਸ਼ਨ ਨੂੰ ਕੱਲ ਅੱਗੇ ਕੰਟੀਨਿਊ ਕਰਾਂਗੇ। ਕੱਲ ਆਪਾਂ ਹੋਰ ਜਿਹੜੇ ਹਿੰਦੂ ਧਾਰਮਿਕ ਟੈਕਸਟ ਹੈ ਉਹਨਾਂ ਬਾਰੇ ਦੇਖਾਂਗੇ ਜੀ, ਕਿਉਂਕਿ ਵੇਦਾਂ ਤੋਂ ਇਲਾਵਾ ਉਪਨਿਸ਼ਦ ਵੀ ਹੈ, ਉਹ ਸਾਰੇ ਆਪਾਂ ਦੇਖਾਂਗੇ ਜੀ। ਦੱਸੋ ਕੋਈ ਡਾਊਟ? ਠੀਕ ਹੈ ਜੀ, ਪੁੱਛ ਸਕਦੇ ਹੋ। ਤਾਂ ਫਿਰ ਅੱਜ ਆਪਾਂ ਸੈਸ਼ਨ ਦੀ ਕੀ ਕਰੀਏ, ਸਮਾਪਤੀ ਕਰੀਏ, ਠੀਕ ਹੈ। ਲੇਖੇ ਲਾਈਏ ਸੈਸ਼ਨ ਨੂੰ, ਕੱਲ ਦੇਖਾਂਗੇ। ਤਾਂ ਇੱਕ ਵਾਰ ਦੱਸੋ ਕੋਈ ਡਾਊਟ ਪੁੱਛ ਸਕਦੇ ਹੋ, 2 ਮਿੰਟ, ਠੀਕ ਹੈ ਜੀ। ਜਿੰਨਾ ਵੀ ਪੜ੍ਹਿਆ ਹੁਣ ਤੱਕ, ਠੀਕ ਹੈ। ਆਪਾਂ 4 ਵੇਦਾਂ ਨੂੰ ਕੰਪਲੀਟ ਕਰ ਲਿਆ, ਜਿਹਨਾਂ ਤੋਂ ਕੀ ਆਪਾਂ ਨੂੰ ਭਾਰਤੀ ਇਤਿਹਾਸ ਬਾਰੇ ਜਾਣਕਾਰੀ ਮਿਲਦੀ ਹੈ। ਜਿਹੜਾ ਆਪਾਂ ਵੈਦਿਕ ਸਭਿਅਤਾ ਜਦੋਂ ਪੜਾਂਗੇ ਵੀ ਵੈਦਿਕ ਸਭਿਅਤਾ ਦੇ ਲੋਕਾਂ ਦਾ ਸਮਾਜਿਕ ਜੀਵਨ ਏਦਾਂ ਦਾ ਸੀ, ਆਰਥਿਕ ਜੀਵਨ ਏਦਾਂ ਦਾ ਸੀ, ਏਦਾਂ ਦੀ ਉਹ ਲਾਈਫ ਗੁਜ਼ਾਰਦੇ ਸੀ, ਉਹ ਸਾਰੀਆਂ ਚੀਜ਼ਾਂ ਬਾਰੇ ਆਪਾਂ ਨੂੰ ਵੇਦਾਂ 'ਚ ਵੀ ਮਿਲਦੀਆਂ ਨੌਲੇਜ। ਤਾਂ ਵੇਦ ਹੀ ਸਭ ਤੋਂ ਇੰਪੋਰਟੈਂਟ ਸੋਰਸ ਹੈ ਵੈਦਿਕ ਸਭਿਅਤਾ ਦਾ। ਵੈਦਿਕ ਸਭਿਅਤਾ ਬਾਰੇ ਜਿੰਨਾ ਵੀ ਆਪਾਂ ਪੜ੍ਹਨ ਨੂੰ ਮਿਲਦਾ ਹੈ ਉਹ ਸਾਰਾ ਆਪਾਂ ਵੇਦਾਂ ਦੇ ਉੱਤੇ ਕੀ ਪ੍ਰਾਪਤ ਕੀਤਾ ਹੈ, ਠੀਕ ਹੈ ਜੀ। ਤਾਂ ਨਹੀਂ ਹੈਗਾ ਡਾਊਟ ਤਾਂ ਠੀਕ ਹੈ ਜੀ। ਇੱਕ ਵਾਰ ਫੇਰ ਸਾਰਿਆਂ ਨੂੰ ਸਤਿ ਸ੍ਰੀ ਅਕਾਲ। ਤਾਂ ਆਪਾਂ ਸੈਸ਼ਨ ਨੂੰ ਕੱਲ ਕੰਟੀਨਿਊ ਕਰਾਂਗੇ ਜੀ, ਠੀਕ ਹੈ ਜੀ। ਓਕੇ। हेलो हाँ जी भाई, बस आ गया मैं, 5 मिनट चाहिए मेरे राह है। ठीक है।